दिल हशै मुख ले, अवर दिवासे दुनी के, झूठे अमल करे। धन वाहिगुरू साहिब जी। असुन प्रेम उमाहड़ा, क्यों मिलिए हर जाए। मन तन प्यास दर्शन घनी, कोई आण मिलावे माए। संत सहाई प्रेम के, हों तिनकै लागा पाए। वेण प्रभ क्यों सुख पाइए, दूजी नाही जाए। जिनी चाख्या प्रेम रस, से तृप्त रहे आगाए। आप त्याग बिनती करें, ले प्रभु लाड़ लाए। जो हर कंत मिलाइया, से बिछुड़ कतै ना जाए। प्रभ वेण दूजा को नहीं, नानक हर शरणाए। असु सुखी वसंदियाँ, जिन्ना मया हर राए। आप त्याग बिनती करें, ले प्रभु लाड़ लाए। जो हार कंत में लाइया, से बिछुड़ कतै ना जाए। प्रभ वेण दूजा को नहीं, नानक हर शरणाए। असु सुखी वसंदियाँ, जिन्ना मया हर राए। वाहिगुरू जी का खालसा, वाहिगुरू जी की फतेह। परम सन्मान योग धन धन शब्द गुरु साहिब श्री गुरु ग्रंथ साहब सच्चे पातशाह जी महाराज, तिन्हां दी पावन हजूरी दे अंदर सज बैठे अति सत्कारयोग सत्संगी जनों, सतगुरां जी की अपार बख्शिश किरपा रहमत दे सदका सतगुरां जी के पावन दरबार अंदर सज के बैठे अति सत्कारयोग सत्संगी जनों, असी सारे ही मेरे तो पहला सत्कारयोग भाई साहब होरां जी के जथे पासों सतगुरु जी की इलाही बाणी का कीर्तन
बड़े प्यार ਅਤੇ ਸਤਿਕਾਰ ਨਾਲ ਸ਼ਰਵਣ ਕਰ ਰਹੇ ਸੀ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਜਿਸ ਪਾਵਨ ਪੌੜੀ ਦਾ ਪਾਠ ਮੈਂ ਆਪ ਸਰਬੱਤ ਸੰਗਤ ਨਾਲ ਸਾਂਝਾ ਕੀਤਾ ਹੈ, ਇਹ ਪਾਵਨ ਪੌੜੀ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਅੰਦਰ ਪੰਨਾ ਨੰਬਰ 134 ਦੇ ਉੱਪਰ ਸ਼ੋਭਾਇਮਾਨ ਹੈ। ਇਹ ਪਾਵਨ ਪੌੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਬਾਣੀ 12 ਮਾਹਾਂ ਦੇ ਅੰਦਰ 8 ਨੰਬਰ ਪੌੜੀ ਦੇ ਸਿਰਲੇਖ ਅਧੀਨ ਦਰਜ ਹੈ। ਜਦੋਂ ਅਸੀਂ 12 ਮਾਹਾਂ ਦੀ ਗੱਲ ਕਰਦੇ ਹਾਂ, 12 ਮਾਹਾਂ ਦੀ ਬਾਣੀ ਪੜ੍ਹਦੇ ਹਾਂ, ਤਾਂ ਜਿਵੇਂ ਇਸ ਦੇ ਨਾਮ ਤੋਂ ਹੀ ਇਹ ਗੱਲ ਸਪਸ਼ਟ ਅਤੇ ਸਾਫ਼ ਹੋ ਜਾਂਦੀ ਹੈ ਕਿ ਇਸ ਬਾਣੀ ਦੇ ਵਿੱਚ 12 ਮਹੀਨਿਆਂ ਦਾ ਸਾਨੂੰ ਜ਼ਿਕਰ ਮਿਲਦਾ ਹੈ। ਕੁੱਲ 12 ਮਹੀਨੇ ਹੁੰਦੇ ਨੇ। ਸਭ ਤੋਂ ਪਹਿਲਾ ਮਹੀਨਾ ਚੇਤ ਦਾ ਮਹੀਨਾ ਗਿਣਿਆ ਜਾਂਦਾ ਹੈ। ਵੈਸੇ ਜਦੋਂ ਅਸੀਂ ਓਵਰਆਲ 12 ਮਾਹ ਦਾ ਇਤਿਹਾਸ ਪੜ੍ਹੀਏ ਤੇ ਇਸ ਭਾਰਤ ਦੇਸ਼ ਵਿੱਚ 12 ਮਾਹਾਂ ਲਿਖਣ ਦੀ ਜਿਹੜੀ ਕਵਾਇਦ ਹੈ, ਇਹ ਬੜੇ ਪੁਰਾਣੇ ਤੇ ਬੜੇ ਲੰਮੇ ਸਮੇਂ ਤੋਂ ਚੱਲਦੀ ਆਈ ਹੈ। ਵੱਖ-ਵੱਖ ਕਵੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ 12 ਮਾਹਾਂ ਬਾਣੀ ਨੂੰ ਆਪੋ ਆਪਣੇ ਢੰਗ ਨਾਲ ਕਲਮਬੰਦ ਕੀਤਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ 12 ਮਾਹਾਂ ਦਾ ਜ਼ਿਕਰ ਮਿਲਦਾ ਹੈ। ਪਹਿਲਾ 12 ਮਾਹਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਰਾਗ ਮਾਝ ਦੇ ਅੰਦਰ ਦਰਜ ਹੈ, ਜਿਸ ਦੀਆਂ ਕੁੱਲ 14 ਪੌੜੀਆਂ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਾਗ ਮਾਝ ਦੇ ਅੰਦਰ ਜਿਹੜਾ 12 ਮਾਹਾਂ ਦਰਜ ਕੀਤਾ ਹੈ, ਉਹਦੇ ਵਿੱਚ ਬਾਹਰੀ ਤੌਰ 'ਤੇ ਜਿੱਦਾਂ ਦਾ ਮੌਸਮ ਹੈ, ਜਿੱਦਾਂ ਦੀਆਂ ਰੁੱਤਾਂ ਚੱਲ ਰਹੀਆਂ ਨੇ, ਜਿਹੋ ਜਿਹਾ ਬਾਹਰੀ ਤੌਰ 'ਤੇ ਮਾਹੌਲ ਹੈ, ਉਸ ਸਾਰੀ ਗੱਲਬਾਤ ਨੂੰ ਮਨੁੱਖੀ ਜੀਵਨ ਦੇ ਉੱਪਰ ਟਿਕਾਉਂਦੇ ਨੇ। ਅਤੇ ਸਤਿਗੁਰੂ ਜੀ ਨੇ ਉਹਦੇ ਵਿੱਚ 2 ਚੀਜ਼ਾਂ ਨੂੰ ਮੁੱਖ ਤੌਰ 'ਤੇ ਵਰਤਿਆ ਹੈ। ਪਤੀ ਅਤੇ ਪਤਨੀ ਦੀ ਉਦਾਹਰਨ ਮਹਾਰਾਜ ਨੇ ਇਹਦੇ ਵਿੱਚ ਵਰਤੀ ਹੈ। ਪਤਨੀ ਆਪਣੇ ਪਤੀ ਦੇ ਪਿਆਰ ਦੀ ਤਾਂਘ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੜਫਦੀ ਹੈ। ਉਦਾਹਰਨ ਬਾਹਰੀ ਤੌਰ 'ਤੇ ਪਤੀ ਅਤੇ ਪਤਨੀ ਦੀ ਵਰਤੀ ਹੈ, ਪਰ ਜਦੋਂ ਪਤੀ ਪਤਨੀ ਦੀ ਗੱਲ ਆਈ ਤੇ ਇੱਥੇ ਪਤਨੀ ਕਿਹਾ ਗਿਆ ਹੈ ਸਿੱਖ ਨੂੰ ਤੇ ਪਤੀ ਕਿਹਾ ਗਿਆ ਹੈ ਉਸ ਵਾਹਿਗੁਰੂ ਅਕਾਲ ਪੁਰਖ ਨੂੰ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਅਸੀਂ ਬਾਣੀ ਪੜ੍ਹੀਏ, ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਜਗਤ ਵਿੱਚ ਪੁਰਖ ਕੇਵਲ ਇੱਕੋ ਹੀ ਹੈ। ਉਹ ਇੱਕੋ ਕੌਣ ਹੈ, ਜਿਸ ਦਾ ਜ਼ਿਕਰ ਅਸੀਂ ਆਰੰਭ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ। ਇੱਕ ਓੰਕਾਰ ਭਾਵ ਰੱਬ ਇੱਕ ਹੈ, ਅਕਾਲ ਪੁਰਖ ਇੱਕ ਹੈ। ਉਹਦੇ ਵਰਗਾ ਕੋਈ ਦੂਜਾ ਇਸ ਦੁਨੀਆ 'ਤੇ ਇਸ ਧਰਤੀ 'ਤੇ ਹੈ ਹੀ ਨਹੀਂ। ਅਤੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਰੱਬ ਦੇ ਬਾਰੇ ਗੱਲ ਕੀਤੀ ਹੈ, ਇਹ ਰੱਬ ਨੂੰ ਇੱਕ ਹੀ ਬਿਆਨ ਕੀਤਾ ਹੈ।
किते नहीं लिखिया भी कोई दूजी शक्ति है, कोई ये बराबर ते कोई दूजा भी है, कोई ये नकल किसी दूजे ने भी तैयार की है। रब उत्थे एक ही बयान किया है। दूजा 12 माहा राग तुखारी दे अंदर धन गुरु नानक साहब सच्चे पातशाह महाराज जी का दर्ज है। उस 12 माह के अंदर गुरु नानक साहब सच्चे पातशाह महाराज जी ने बनस्पति दे विचों, पंछियां दे विचों, रुखां दे विचों बड़ियां तरह दीयां उदाहरणां दे के ते समझाया मनुखी मन नूं है। वैसे गुरु ग्रंथ साहब सच्चे पातशाह महाराज जी की बाणी की ये वडियाई है, ये विलक्षणता है, ये शोभा है। उदाहरणां इहदे विच बाहर दियां बहुत सारियां वरतियां ने, पर समझाया उत्थे बंदे नूं ही है। सूर की उदाहरण वरती है, हुण उहनूं थोड़ी पता भी मेरा नाम गुरु ग्रंथ साहब जी की बाणी विच आया। पहाड़ की उदाहरण वरती है, पंछियां दीयां उदाहरणां वरतियां ने, जानवरां दीयां उदाहरणां वरतियां ने, पर सारियां उदाहरणां नूं वरत के मंतव उन्हां दे पिछे इहो ही काम करदा है भी इस मनुखी मन नूं किवें समझाया जावे, किवें इस मन नूं गुरु वाले पासे जोड़िया जावे। जे कुत्ते की उदाहरण वरती है तो कुत्ते नूं नहीं सी पता भी मेरा नाम गुरु ग्रंथ साहब जी की बाणी विच आया है, तो ना ही बाणी उहदे वास्ते लिखी है। सिर्फ उदाहरणां बाहरी तौर पर वरत के ते समझाया इत्थे मनुखी मन नूं है। जदों असीं अस्सू के महीने का जिक्र धन गुरु नानक साहब सच्चे पातशाह महाराज जी की बाणी विचों पढ़ते हाँ, जिहड़ा उन्होंने 12 माह लिखिया है। सतगुरु जी कहते ने असुन आओ पिरा सा तन झूर मुई। कहते जो बाहरी तौर पर अस्सू का महीना चढ़ता है ना, तो जिहड़ी जीव इस्त्री है ये विकारां दे विच फसी हुई, विकारां दे विच गलतान हुई, अपने प्रभु पति की तांग दे विच झूर झूर के अंदरों मर रही है। तो मरन का मतलब की है? मर क्यों रही है? आखिर कोई तो कारण होएगा ना मरन का। तो मरन का कारण महाराज ने दसिया तू विकारां विच फसी हुई है। तो विकारां विच फसिया होया बंदा परमात्मा दे नालों अपनी दूरी पैदा कर लैंदा है, परमात्मा दे नालों अपना वखरेवा पैदा कर लेंदा। सतगुरु जी कहते ने असुन आओ पिरा सा तन झूर मुई, तां मिलिए प्रभ मेले दूजे पाए कोई। दूजे भा का मतलब है किसी होर दे प्यार विच लगी हुई है। ये अपने पति नूं छड्ड के किसी दूजे दे प्यार दे विच गलतान हुई है। महाराज कहते जे किसी दूजे का प्यार मन में टिकिया होया है तो अपने पति ते प्यार फिर किद्दां टिकेगा, अपने पति ते विश्वास किद्दां टिकेगा। घर किस तरीके नाल चलदे ने? प्यार दे नाल ते विश्वास नाल। जिस घर विच प्यार ते विश्वास दोवें चीज़ां नहीं, वो घर बहुता लम्मा समा नहीं चलदा, वो घर की मनियाद को बहुता लम्मा समा नहीं हुंदी। एक चीज़ नूं साध संगत हमेशा अपने चेते विच वसा के रखना, घर कदी भी इट्टां बजरी सीमेंट ते सरिये दे नहीं हुंदे, घर हुंदे ने विच रहण वाले बंदियां दे। जदों असीं बाहरी तौर पर कोई बिल्डिंग तैयार करते हैं, असीं मकान वाले नूं पुछदे हैं इहदी किन्नी मनियाद है, इहदी किन्नी होंद है, किन्ना लम्मा समा तेरा पाया होया लेंटर टिक सकेगा। तो वह फिर दसदा 20 साल 30 साल 50 साल 100 साल जिन्नी भी उसने उसदी मजबूती की हुंदी है, ਉਹਦੇ मुताबिक वो सारिया चीज़ां दसदा है। पर बाहरी तौर पर भावें 50 साल मकान पक्का होवे, भावें 100 साल पक्का होवे, वो चीज़ां को बहुतियां मैटर नहीं करदियां। मकान की जिहड़ी होंद है, जिहड़ी उहदी हस्ती है, वो उहदी छत थल्ले रहण वाले बंदियां दे उपर डिपेंड करदी है। मैनूं अज भी एक घटना चेते है, किसी ने अपने घर दे विच कोई कारीगर कोई मिस्त्री लाया सी, तो उन्होंने पुछदा है भी घर किन्ने क दिनां विच कंप्लीट पूरा हो जाएगा, मुकम्मल किन्ने क दिनां दे विच हो जाएगा। उन्हें अगों जवाब दिता, कहता साडे वल्लों तां मुकम्मल ही है, हुण अगली गल तुहाडे ते डिपेंड करदी है। कहता की मतलब? कहता असीं तां बस मकान दे उपर एक छत ही पाउणी है, डिपेंड तुहाडे ते करदा भी तुसीं घर नूं बनाउण लग्गिआं किन्ना टाइम लाउंदे हो। कहता उहदा की मतलब?
कहता मतलब ਉਹਦਾ ਇਹ ਹੈ ਵੀ ਤੁਸੀਂ ਘਰ ਵਿੱਚ ਰਹਿੰਦੇ ਹੋ, ਤੁਸੀਂ ਘਰ ਵਿੱਚ ਕਿੰਨੇ ਕੁ ਸਲੀਕੇ ਦੇ ਨਾਲ ਤੇ ਕਿੰਨੇ ਕੁ ਪਿਆਰ ਨਾਲ ਤੇ ਕਿੰਨੇ ਕੁ ਵਿਸ਼ਵਾਸ ਦੇ ਨਾਲ ਰਹਿੰਦੇ ਹੋ ਤੁਸੀਂ ਘਰ ਵਿੱਚ। ਚੀਜ਼ਾਂ ਇਹ ਡਿਪੈਂਡ ਕਰਦੀਆਂ ਨੇ। ਜਦੋਂ ਵੀ ਸੰਸਾਰ ਵਿੱਚ ਰਹਿਣਾ ਹੋਵੇ, ਪਿਆਰ ਤੇ ਵਿਸ਼ਵਾਸ ਦੋ ਚੀਜ਼ਾਂ ਦੇ ਸੁਮੇਲ ਦੇ ਨਾਲ ਹੀ ਬੰਦਾ ਸਮਾਜ ਵਿੱਚ ਰਹਿੰਦਾ ਹੈ। ਜਿੱਥੇ ਪਿਆਰ ਨਹੀਂ ਤੇ ਉੱਥੇ ਵਿਸ਼ਵਾਸ ਵੀ ਨਹੀਂ। ਦੋਵੇਂ ਚੀਜ਼ਾਂ ਜੀਵਨ ਦੇ ਵਿੱਚੋਂ ਗਵਾਚ ਜਾਣ, ਦੋਵੇਂ ਚੀਜ਼ਾਂ ਜੀਵਨ ਦੇ ਵਿੱਚੋਂ ਮਨਫੀ ਹੋ ਜਾਣ, ਦੋਵੇਂ ਚੀਜ਼ਾਂ ਜੀਵਨ ਦੇ ਵਿੱਚੋਂ ਵੰਡੀਆਂ ਜਾਣ, ਤੇ ਜਿਸ ਰਸਤੇ 'ਤੇ, ਜਿਸ ਮਾਰਗ 'ਤੇ, ਜਿਸ ਪੰਧ 'ਤੇ ਗੁਰੂ ਲੈ ਕੇ ਜਾਣਾ ਚਾਹੁੰਦਾ ਬੰਦਾ, ਉਸ ਪੰਧ ਤੋਂ ਖੁੰਝ ਜਾਂਦਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤਾਂ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਹੋਈ। ਕਿੱਦਾਂ ਰੱਬ ਨਾਲ ਮਿਲਿਆ ਜਾਏ? ਜੀਵ ਇਸਤਰੀ ਤਾਂ ਕਿਸੇ ਦੂਜੇ ਦੇ ਪਿਆਰ ਵਿੱਚ ਲੱਗੀ ਹੋਈ ਹੈ, ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਦੇ ਪਿਆਰ ਤੇ ਵਿਸ਼ਵਾਸ ਜਤਾਇਆ ਜਾ ਰਿਹਾ ਹੈ। ਤੇ ਜਿਹੜਾ ਪਿਆਰ ਦੋ ਥਾਵਾਂ 'ਤੇ ਵੰਡਿਆ ਜਾਏ, ਉਸ ਪਿਆਰ ਦੀ ਕਦੀ ਕੋਈ ਕੀਮਤ ਨਹੀਂ ਪੈਂਦੀ। ਜਿਹੜਾ ਪਿਆਰ ਦੋ ਥਾਵਾਂ ਦੇ ਵਿੱਚ ਡਿਵਾਈਡ ਹੋ ਜਾਏ, ਵੰਡਿਆ ਜਾਏ, ਉਹ ਪਿਆਰ ਪਿਆਰ ਨਹੀਂ ਰਹਿੰਦਾ। ਉੱਥੇ ਫਿਰ ਚਲਾਕੀਆਂ ਆ ਜਾਂਦੀਆਂ ਨੇ, ਚਤੁਰਾਈਆਂ ਆ ਜਾਂਦੀਆਂ ਨੇ। ਬੰਦਾ ਆਪਣੀ ਮਨ ਦੀ ਮੱਤ, ਮਨ ਦੀ ਚਲਾਕੀ ਦੇ ਨਾਲ ਕਰਮ ਕਰਦਾ ਹੈ। ਜਦੋਂ ਤੁਹਾਡਾ ਕਿਸੇ ਦੇ ਉੱਪਰ ਵਿਸ਼ਵਾਸ ਹੈ ਤਾਂ ਤੁਹਾਨੂੰ ਉਹਦੇ ਨਾਲ ਚਲਾਕੀ ਕਰਨ ਦੀ ਲੋੜ ਨਹੀਂ। ਪਰ ਜਦੋਂ ਵਿਸ਼ਵਾਸ ਤੁਹਾਡਾ ਕਿਸੇ ਤੋਂ ਉੱਠ ਜਾਂਦਾ ਹੈ, ਜਦੋਂ ਤੁਸੀਂ ਆਪਣੇ ਪਿਆਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਹੋ, ਉੱਥੇ ਚਤੁਰਾਈਆਂ ਵੀ ਆ ਜਾਂਦੀਆਂ ਨੇ, ਚਲਾਕੀਆਂ ਵੀ ਆ ਜਾਂਦੀਆਂ ਨੇ, ਝੂਠ ਵੀ ਆਣ ਕੇ ਡੇਰਾ ਪਾ ਲੈਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 12 ਮਾਹ ਦੀ ਬਾਣੀ ਲਿਖੀ ਨਾ, ਉਹਦੇ ਵਿੱਚ ਉਹਨਾਂ ਨੇ ਬਾਹਰੀ ਤੌਰ 'ਤੇ ਬੜੇ ਅਲੰਕਾਰ ਵਰਤੇ ਨੇ। ਉਹਦੇ ਪਿੱਛੇ ਇੱਕ ਕਾਰਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਹੋਇਆ ਸੀ ਰਾਏ ਭੋਏ ਦੀ ਤਲਵੰਡੀ। ਅਤੇ ਰਾਏ ਭੋਏ ਰਾਏ ਬੁਲਾਰ ਦਾ ਪਿਤਾ ਹੈ, ਜਿਹਦੇ ਨਾਮ ਤੋਂ ਤਲਵੰਡੀ ਨਗਰ ਦਾ ਨਾਮ ਪਿਆ ਸੀ, ਅਤੇ ਉਸ ਤੋਂ ਬਾਅਦ ਉੱਥੇ ਉਹ ਨਗਰ ਵਸਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਤਲਵੰਡੀ ਨਗਰ ਦੇ ਵਿੱਚ ਜਨਮ ਹੋਇਆ, ਅਤੇ ਉਹਨਾਂ ਦੇ ਜਨਮ ਤੋਂ ਬਾਅਦ ਉਸ ਨਗਰ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਹੁਣ ਜਿਹੜਾ ਨਨਕਾਣਾ ਸਾਹਿਬ ਹੈ, ਇਹਨੂੰ ਬਾਹਰ ਦੇਸ਼ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਇੱਥੇ ਬਾਹਰੀ ਤੌਰ 'ਤੇ ਜਿਹੜੀ ਬਨਸਪਤੀ ਹੈ, ਜਿਹੜੇ ਰੁੱਖ ਨੇ, ਜਿਹੜੇ ਬੂਟੇ ਨੇ, ਹਰਿਆਵਲ ਬਹੁਤ ਹੁੰਦੀ ਹੈ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸੇ ਮਾਹੌਲ ਵਿੱਚ ਰਹਿ, ਉਸੇ ਬਨਸਪਤੀ ਨੂੰ ਵੇਖਦੇ ਰਹਿ, ਉਸੇ ਮਾਹੌਲ ਵਿੱਚ ਰਹਿ ਕੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ। ਤਲਵੰਡੀ ਨਗਰ ਦੀ ਜੂਹ ਵਿੱਚ ਪਾਤਸ਼ਾਹ ਜੀ ਨੇ ਆਪਣਾ ਬਚਪਨ ਲੰਘਾਉਂਦਿਆਂ ਹੋਇਆਂ ਬਾਹਰੀ ਤੌਰ 'ਤੇ ਇਸ ਮੌਸਮ ਨੂੰ ਬੜੀ ਨੀਝ ਤੇ ਰੀਝ ਦੇ ਨਾਲ ਤੱਕਿਆ। ਫਿਰ ਉਹੋ ਹੀ ਉਦਾਹਰਨਾਂ ਸਤਿਗੁਰੂ ਜੀ ਨੇ 12 ਮਾਹ ਦੀ ਬਾਣੀ ਵਿੱਚ ਵਰਤੀਆਂ ਨੇ। ਜਿਵੇਂ ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ। ਕੋਇਲ ਜਿਹੜੀ ਹੈ, ਇਹ ਅੰਬਾਂ ਦੇ ਉੱਪਰ ਬੋਲਦੀ ਹੈ, ਅੰਬਾਂ ਦੇ ਉੱਪਰ ਆਪਣੇ ਗੀਤ ਗਾਉਂਦੀ ਹੈ। ਕੋਇਲ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ, ਬੰਦੇ ਨੂੰ ਸੁਣਨ ਵਾਸਤੇ ਬੜੀ ਵਧੀਆ ਲੱਗਦੀ ਹੈ, ਬੜੀ ਮਧੁਰ ਆਵਾਜ਼ ਹੁੰਦੀ ਹੈ ਕੋਇਲ ਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਦਾਹਰਨਾਂ ਵਰਤਦੇ ਨੇ, ਤੇ ਬਾਹਰੀ ਤੌਰ 'ਤੇ ਵਰਤਦੇ ਨੇ, ਅਤੇ ਉਹਨਾਂ ਉਦਾਹਰਨਾਂ ਨੂੰ ਸਤਿਗੁਰੂ ਜੀ ਨੇ ਢੁਕਾਇਆ ਹੈ ਇਸ ਮਨੁੱਖੀ ਮਨ ਦੇ ਨਾਲ। ਇਸ ਪਾਵਨ ਸ਼ਬਦ ਵਿੱਚ ਕਹਿੰਦੇ ਨੇ, ਝੂਠ ਵਿਗੁੱਤੀ ਤਾਂ ਫਿਰ ਮੁੱਤੀ। ਇਹ ਜੀਵ ਇਸਤਰੀ ਵਿਕਾਰਾਂ ਵਿੱਚ ਫਸੀ ਹੋਈ ਹੈ। ਵਿਕਾਰਾਂ ਵਿੱਚ ਫਸੀ ਹੋਈ ਜੀਵ ਇਸਤਰੀ ਆਪਣੇ ਪ੍ਰਭੂ ਨਾਲੋਂ, ਪਤੀ ਨਾਲੋਂ, ਪਰਮੇਸ਼ਰ ਦੇ ਨਾਲੋਂ ਦੂਰੀ ਬਣਾ ਕੇ ਬੈਠ ਗਈ। ਜਦੋਂ ਇਹਦੀ ਦੂਰੀ ਪਤੀ ਨਾਲੋਂ, ਪਰਮੇਸ਼ਰ ਨਾਲੋਂ ਅਤੇ ਗੁਰੂ ਨਾਲੋਂ ਬਣ ਗਈ, ਅਤੇ ਇਹਨੇ ਝੂਠ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਝੂਠ ਦਾ ਸਹਾਰਾ ਜੀਵਨ ਵਿੱਚ ਲਿਆ, ਅਤੇ ਸਤਿਗੁਰੂ ਜੀ ਕਹਿੰਦੇ ਨੇ, ਜਿਹੜਾ ਬੰਦਾ ਝੂਠਾ ਹੁੰਦਾ ਉਹਦੇ ਅੰਦਰ ਘਬਰਾਹਟ ਹੁੰਦੀ ਹੈ, ਉਹ ਬੰਦਾ ਅੰਦਰੋਂ ਡਰਦਾ ਹੈ। ਝੂਠ ਬੋਲ ਕੇ ਕਿੰਨਾ ਬੰਦੇ ਨੂੰ ਅੰਦਰੋਂ ਡਰ ਸਤਾਉਂਦਾ, ਜੇ ਕਿਤੇ ਮੇਰੇ ਝੂਠ ਦਾ ਕਿਸੇ ਨੂੰ ਪਤਾ ਲੱਗ ਗਿਆ, ਜੇ ਕਿਤੇ ਮੇਰੇ ਝੂਠ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲ ਗਈ, ਤਾਂ ਉਹ ਬੰਦਾ ਫਿਰ ਮੇਰੇ ਬਾਰੇ ਕੀ ਸੋਚੇਗਾ। ਫਿਰ ਇੱਕ ਝੂਠ ਨੂੰ ਛੁਪਾਉਣ ਦੇ ਵਾਸਤੇ ਕਈ ਨਾਲ ਹੋਰ ਝੂਠ ਬੋਲੇ ਜਾਂਦੇ ਨੇ। ਇੱਕ ਝੂਠ ਨੂੰ ਲੁਕਾਉਣ ਦੇ ਵਾਸਤੇ ਫਿਰ ਉਹਦੇ ਨਾਲ ਬਹੁਤ ਕੁਝ ਹੋਰ ਕੀਤਾ ਜਾਂਦਾ ਹੈ। ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਸੱਚ ਅੱਜ ਵੀ ਸੱਚ ਹੈ, ਕੱਲ੍ਹ ਵੀ ਸੱਚ ਸੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੀ ਰਹੇਗਾ। ਪਰ ਜਿਹੜੇ ਬੰਦਿਆਂ ਨੇ ਇਸ ਜੀਵਨ ਦੇ ਵਿੱਚ ਝੂਠ ਦਾ ਸਹਾਰਾ ਲਿਆ ਹੋਇਆ, ਝੂਠ ਦੇ ਕਦੀ ਪੈਰ ਨਹੀਂ ਹੁੰਦੇ। ਝੂਠ ਅੱਜ ਵੀ ਦੁਨੀਆ ਦੇ ਸਾਹਮਣੇ ਆ ਜਾਏਗਾ ਅਤੇ ਕੱਲ੍ਹ ਵੀ ਦੁਨੀਆ ਦੇ ਸਾਹਮਣੇ ਆ ਜਾਏਗਾ। ਝੂਠ ਕੋਈ ਬਹੁਤਾ ਲੰਮਾ ਸਮਾਂ ਬੰਦੇ ਦੇ ਜੀਵਨ ਨਾਲ ਹੰਢਣਸਾਰ ਨਹੀਂ ਹੁੰਦਾ। ਬਹੁਤਾ ਲੰਮਾ ਸਮਾਂ ਝੂਠ ਬੰਦੇ ਦੇ ਜੀਵਨ ਵਿੱਚ ਉਹਦੇ ਨਾਲ ਨਹੀਂ ਚੱਲ ਸਕਦਾ।
ਝੂਠ ਦੀ ਜਿਹੜੀ ਪਾਹ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਲੈ ਜਾਂਦੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇਹ ਜਿਹੜੀ ਜੀਵ ਇਸਤਰੀ ਹੈ, ਇਸ ਨੇ ਆਪਣੇ ਜੀਵਨ ਦੇ ਵਿੱਚ ਝੂਠ ਦਾ ਸਹਾਰਾ ਲਿਆ ਹੋਇਆ ਅਤੇ ਝੂਠ ਦਾ ਸਹਾਰਾ ਲੈ ਕੇ ਹੁਣ ਕਿੰਨਾ ਚਿਰ ਆਪਣਾ ਜੀਵਨ ਬਤੀਤ ਕਰੇਗੀ। ਝੂਠ ਦਾ ਸਹਾਰਾ ਲੈ ਕੇ ਕਿੰਨਾ ਕੁ ਸੰਸਾਰ ਦੇ ਵਿੱਚ ਰਿਹਾ ਜਾਏਗਾ। ਮਹਾਰਾਜ ਕਹਿੰਦੇ ਨੇ, ਝੂਠ ਵਿਗੁਤੀ ਤਾਂ ਫਿਰ ਮੁੱਤੀ ਕੂਕਾਂ ਕਾਂ ਸੇ ਫੂਲੇ। ਜਦੋਂ ਦੁਨੀਆ ਦੇ ਝੂਠੇ ਮੋਹ ਦੇ ਵਿੱਚ ਫਸ ਕੇ ਜੀਵ ਇਸਤਰੀ ਖੁਆਰ ਹੋ ਰਹੀ ਹੈ ਅਤੇ ਹੁਣ ਇਹਦੇ ਅੰਦਰ ਇੱਕ ਪਰੇਸ਼ਾਨੀ ਆ ਰਹੀ ਹੈ। ਪਰੇਸ਼ਾਨੀ ਕਾਹਦੀ ਹੈ? ਪਰੇਸ਼ਾਨੀ ਹੈ ਜਿਵੇਂ ਦਰਿਆਵਾਂ ਦੇ ਕੰਢਿਆਂ 'ਤੇ ਕਾਈ ਹੁੰਦੀ ਹੈ ਨਾ, ਅਤੇ ਜਦੋਂ ਕਾਈ ਇਸ ਅੱਸੂ ਦੇ ਮਹੀਨੇ ਦੇ ਵਿੱਚ ਆ ਕੇ, ਅੱਸੂ ਨੂੰ ਅਤੇ ਕੱਤੇ ਦੇ ਮਹੀਨੇ ਨੂੰ ਸਰਦ ਰੁੱਤ ਦੇ ਮਹੀਨੇ ਗਿਣਿਆ ਜਾਂਦਾ ਹੈ। ਜਦੋਂ ਸਾਉਣ ਅਤੇ ਭਾਦੋਂ ਦੇ 2 ਮਹੀਨੇ ਪੰਜਾਬ ਦੇ ਵਿੱਚ ਬੜੇ ਗਰਮ ਅਤੇ ਚਮਾਸਿਆਂ ਵਾਲੇ ਮਹੀਨੇ ਮੰਨੇ ਜਾਂਦੇ ਨੇ, ਅਤੇ ਜਿਹੜਾ ਅੱਸੂ ਦਾ ਅਤੇ ਕੱਤਕ ਦਾ ਮਹੀਨਾ ਹੈ, ਇਹਨੂੰ ਸਰਦ ਰੁੱਤ ਵਿੱਚ ਗਿਣਿਆ ਜਾਂਦਾ। 6 ਰੁੱਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਦਸੀਆਂ ਨੇ। ਗਰੀਖਮ, ਬਸੰਤ, ਸਰਦ, ਹਿਮਕਰ, ਜਿਹਨੂੰ ਅਸੀਂ ਬਰਫ਼ ਵਾਲੀ ਰੁੱਤ ਕਹਿੰਦੇ ਹਾਂ, ਇਹ ਜਿਹੜੀਆਂ ਸਾਰੀਆਂ ਰੁੱਤਾਂ ਨੇ, ਇਹਨਾਂ ਦੇ 2-2 ਮਹੀਨਿਆਂ ਦੇ ਵਿੱਚ ਇਹਨਾਂ ਦੀ ਵੰਡ ਕੀਤੀ ਹੋਈ ਹੈ। 2-2 ਮਹੀਨਿਆਂ ਵਿੱਚ ਇਹਨਾਂ ਨੂੰ ਵੰਡਿਆ ਹੋਇਆ। ਅੱਸੂ ਅਤੇ ਜਿਹੜਾ ਕੱਤੇ ਦਾ ਮਹੀਨਾ ਹੈ, ਇਹਨਾਂ ਮਹੀਨਿਆਂ ਨੂੰ ਸਰਦ ਰੁੱਤ ਵਿੱਚ ਮੰਨਿਆ ਗਿਆ। ਅਤੇ ਜਦੋਂ ਬਾਹਰੀ ਤੌਰ 'ਤੇ ਸਰਦੀ ਦੀ ਰੁੱਤ ਆਉਂਦੀ ਹੈ, ਅਤੇ ਸਰਦੀ ਦੀ ਰੁੱਤ ਆਉਣ ਦੇ ਨਾਲ ਇਨਵਾਇਰਮੈਂਟ ਬਾਹਰਲਾ ਚੇਂਜ ਹੁੰਦਾ ਹੈ। ਜਿਹੜੇ ਰੁੱਖ ਪਹਿਲਾਂ ਸਾਉਣ ਦੇ ਮਹੀਨੇ ਦੇ ਵਿੱਚ ਹਰੇ ਭਰੇ ਹੋਏ ਸਨ, ਹੁਣ ਉਹਨਾਂ ਦੇ ਪੱਤੇ ਵੀ ਪੀਲੇ ਪੈਣੇ ਸ਼ੁਰੂ ਹੋ ਜਾਣੇ ਨੇ। ਜਦੋਂ ਸਰਦੀ ਰੁੱਤ ਆਉਂਦੀ ਹੈ, ਉਦੋਂ ਵੇਖਿਓ ਤੁਸੀਂ ਰੁੱਖਾਂ ਦੇ ਪੱਤੇ ਜਿਹੜੇ ਨੇ ਇਹ ਬਾਹਰੀ ਤੌਰ 'ਤੇ ਝੜ ਜਾਂਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹੜੀ ਜੀਵ ਇਸਤਰੀ ਨੇ ਆਪਣੇ ਜੀਵਨ ਵਿੱਚ ਝੂਠ ਦਾ ਸਹਾਰਾ ਲਿਆ, ਆਪਣੇ ਪ੍ਰਭੂ ਅਤੇ ਪਤੀ ਨਾਲੋਂ ਦੂਰੀ ਬਣਾ ਕੇ ਬੈਠ ਗਈ ਹੈ, ਹੁਣ ਇਹਦੇ ਜੀਵਨ ਦੇ ਵਿੱਚ, ਇਹਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਇਹਨੂੰ ਸਤਾ ਰਿਹਾ। ਡਰ ਕਾਹਦਾ ਸਤਾ ਰਿਹਾ ਹੈ? ਵੀ ਜਦੋਂ ਬਾਹਰ ਦਰਿਆਵਾਂ ਦੇ ਕੰਢਿਆਂ 'ਤੇ ਕਾਈ ਹੁੰਦੀ ਹੈ, ਕਾਈ ਦੇ ਉੱਪਰ ਫਿਰ ਚਿੱਟੇ ਚਿੱਟੇ ਜੇ ਦੁੰਬੇ ਜੇ ਰੂੰਜੇ ਦੇ ਵਾਂਗੂ ਖਿੜਨੇ ਸ਼ੁਰੂ ਹੋ ਜਾਂਦੇ ਨੇ। ਜਦੋਂ ਉਹ ਖਿੜਦੇ ਨੇ, ਉਹਨੂੰ ਇਹ ਲੱਗਦਾ ਹੈ ਵੀ ਇਹ ਖਿੜੇ ਹੋਏ ਜਿਹੜੇ ਬਾਹਰੀ ਤੌਰ 'ਤੇ ਦੁੰਬੇ ਨੇ, ਇਹ ਇਹਦਾ ਬੁਢੇਪਾ ਹੈ, ਅਤੇ ਇੱਕ ਦਿਨ ਫਿਰ ਬੁਢੇਪਾ ਮੇਰੇ 'ਤੇ ਵੀ ਆ ਜਾਣਾ। ਜਿੱਦਣ ਮੇਰੇ 'ਤੇ ਬੁਢੇਪਾ ਆ ਗਿਆ, ਜਿੱਦਣ ਮੈਂ ਜੀਵਨ ਦੇ ਆਪਣੇ ਇਸ ਸਰੀਰ ਦੇ ਆਖਰੀ ਹਾਲਾਂ ਦੇ ਵਿੱਚ ਜਾ ਕੇ ਪਹੁੰਚ ਗਿਆ, ਉਸ ਦਿਨ ਮੇਰਾ ਕੀ ਬਣੇਗਾ? ਉਸ ਦਿਨ ਮੈਂ ਕਿੱਥੇ ਜਾਵਾਂਗਾ? ਡਰ ਬੰਦੇ ਨੂੰ ਸਤਾਉਂਦਾ ਹੈ ਨਾ। ਅੱਜ ਤੁਸੀਂ ਵੇਖੋ, ਬੁਢੇਪੇ ਤੋਂ ਬੰਦਾ ਕਿੰਨਾ ਡਰਦਾ ਹੈ। ਹਾਲਾਂਕਿ ਪੁਰਾਣੇ ਬਜ਼ੁਰਗ ਇਹ ਗੱਲ ਕਿਹਾ ਕਰਦੇ ਸਨ ਵੀ ਜਦੋਂ ਬੰਦੇ ਦੇ ਚਿੱਟੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਬੰਦਾ ਸਿਆਣਾ ਹੋ ਜਾਂਦਾ ਹੈ, ਅਤੇ ਇਹਨੂੰ ਹੀਰੇ ਵੀ ਕਿਹਾ ਜਾਂਦਾ ਸੀ। ਪਰ ਅੱਜ ਬੰਦਾ ਬੁਢੇਪੇ ਤੋਂ ਕਿੰਨਾ ਡਰਦਾ ਹੈ। ਕੋਈ ਵੀ ਬੰਦਾ ਆਪਣੇ ਵਾਲ ਚਿੱਟੇ ਵਿਖਾਉਣ ਵਾਸਤੇ ਕਿਸੇ ਦੂਜੇ ਨੂੰ ਤਿਆਰ ਨਹੀਂ, ਕਿਉਂਕਿ ਹਰ ਇੱਕ ਬੰਦਾ ਜਵਾਨ ਰਹਿਣਾ ਚਾਹੁੰਦਾ ਹੈ। ਇੱਕ ਸਾਈਕੀ ਹੈ ਨਾ ਬੰਦੇ ਦੀ, ਫਿਤਰਤ ਹੈ ਬੰਦੇ ਦੀ। ਬੰਦਾ ਇਸ ਮਾਨਸਿਕਤਾ ਦੇ ਵਿੱਚ ਜੀਂਦਾ ਹੈ। ਜੇ ਉਸ ਤਰ੍ਹਾਂ ਤੁਸੀਂ ਕਿਸੇ ਨੂੰ ਬਜ਼ੁਰਗ ਕਹਿ ਦਿਓ, ਬਾਪੂ ਕਹਿ ਦਿਓ, ਅਤੇ ਉਹ ਗੁੱਸਾ ਕਰ ਜਾਂਦਾ ਹੈ। ਅਤੇ ਜੇ ਭਲਾ ਕੋਈ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਬਣਾਉਣ ਵਾਲਾ ਜਾਂ ਕੋਈ ਇੱਦਾਂ ਦੀ ਸਰਕਾਰ ਵੱਲੋਂ ਸਕੀਮ ਆਈ ਹੋਵੇ ਵੀ ਜਿਹੜਾ ਬੰਦਾ 45 ਸਾਲ ਤੋਂ ਉੱਤੇ ਹੈ ਉਹਦਾ ਹੀ ਕਾਰਡ ਬਣੇਗਾ ਅਤੇ ਉਹਨੂੰ ਆਹ ਸਹੂਲਤਾਂ ਦਿੱਤੀਆਂ ਜਾਣਗੀਆਂ, ਫਿਰ 40-40 ਸਾਲ ਵਾਲੇ ਵੀ ਆਪਣੇ ਨੂੰ 50-50 ਸਾਲ ਤੋਂ ਉੱਪਰ ਦੀ ਉਮਰ ਲਿਖਾ ਲੈਣਗੇ। ਫਿਰ ਉੱਥੇ ਕਿਸੇ ਨੂੰ ਕੋਈ ਝਿਜਕ ਨਹੀਂ ਹੁੰਦੀ। ਅਤੇ ਜੇ ਉਸ ਤਰ੍ਹਾਂ ਤੁਸੀਂ ਕਿਸੇ ਨੂੰ ਕਹਿ ਦਿਓ, ਬਾਪੂ ਕਹਿ ਦਿਓ, ਮਾਂ ਜੀ ਕਹਿ ਦਿਓ, ਅਤੇ ਉਹ ਅਗਲਾ ਗੁੱਸਾ ਕਰ ਜਾਂਦਾ ਵੀ ਮੇਰੀ ਤਾਂ ਜੇ ਇੰਨੀ ਉਮਰ ਹੀ ਨਹੀਂ, ਤੁਸੀਂ ਮੈਨੂੰ ਇਹ ਗੱਲ ਕਿੱਦਾਂ ਕਹਿ ਦਿੱਤੀ। ਸੋ ਖੈਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਝੂਠ ਵਿਗੁਤੀ ਤਾਂ ਫਿਰ ਮੁੱਦੀ ਕੂਕਾਂ ਕਾਂ ਸੇ ਫੂਲੇ। ਜਦੋਂ ਬਾਹਰੀ ਤੌਰ 'ਤੇ ਕਾਈ ਜਿਹੜੀ ਹੈ ਇਹਦੇ ਉੱਪਰ ਦੁੰਬੇ ਨਿਕਲਦੇ ਨੇ, ਇਹ ਉੱਪਰੋਂ ਚਿੱਟੇ ਰੰਗ ਦੀ ਹੋ ਜਾਂਦੀ ਹੈ, ਅਤੇ ਜੀਵ ਇਸਤਰੀ ਇਸ ਬਾਹਰੀ ਤੌਰ 'ਤੇ ਮਾਹੌਲ ਨੂੰ ਵੇਖ ਕੇ ਆਪਣੇ ਮਨ ਦੇ ਵਿੱਚ ਦੁਖੀ ਹੁੰਦੀ ਹੈ। ਉਹਦੇ ਮਨ ਦੇ ਵਿੱਚ ਇੱਕ ਸੱਲ ਪੈਦਾ ਹੁੰਦਾ ਹੈ। ਮਹਾਰਾਜ ਅੱਗੇ ਕਹਿੰਦੇ ਨੇ, ਆਗੇ ਘਾਮ ਪਾਸ਼ੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ। ਕਹਿੰਦੇ ਮੇਰੇ ਸਰੀਰ ਵਿੱਚ ਨਿੱਘ ਅਗਾਂਹ ਲੰਘ ਗਿਆ, ਘਟ ਗਿਆ, ਅਤੇ ਪਿੱਛੇ ਮੇਰੇ ਸਰੀਰ ਦੇ ਵਿੱਚ ਕਮਜ਼ੋਰੀ ਆ ਗਈ। ਜਦੋਂ ਬੰਦਾ ਪਹਿਲਾਂ ਬਚਪਨ ਵਿੱਚ ਹੁੰਦਾ ਹੈ, ਬਚਪਨ ਤੋਂ ਬਾਅਦ ਬੰਦੇ ਦੇ ਉੱਪਰ ਜਵਾਨੀ ਆਉਂਦੀ ਹੈ, ਅਤੇ ਜਵਾਨੀ ਤੋਂ ਬਾਅਦ ਬੰਦੇ ਦੇ ਉੱਪਰ ਬੁਢੇਪਾ ਆਉਂਦਾ ਹੈ। ਇਹ ਜੀਵਨ ਦਾ ਇੱਕ ਸਿਲਸਿਲਾ ਹੈ। ਇਹ ਜੀਵਨ ਇਸ ਤਰੀਕੇ ਨਾਲ ਚੱਲਦਾ ਹੈ। ਬਚਪਨ ਤੋਂ ਲੈ ਕੇ ਜਦੋਂ ਜਵਾਨੀ ਵੱਲ ਨੂੰ ਬੰਦਾ ਜਾਂਦਾ ਹੈ, ਇਹਦੇ ਸਰੀਰ ਵਿੱਚ ਤਾਕਤ ਆਉਂਦੀ ਹੈ, ਜਾਨ ਆਉਂਦੀ ਹੈ ਇਹਦੇ ਸਰੀਰ ਵਿੱਚ।
ਫਿਰ ਜਦੋਂ ਜਵਾਨੀ ਤੋਂ ਬਾਅਦ ਬੰਦਾ ਬੁਢੇਪੇ ਵਾਲੇ ਪਾਸੇ ਨੂੰ ਚੱਲਦਾ ਹੈ ਤੇ ਇਹਦਾ ਸਰੀਰ ਦਿਨ ਪ੍ਰਤੀ ਦਿਨ ਜਿਹੜਾ ਹੈ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ, ਸਰੀਰ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਜਦੋਂ ਬਾਹਰੀ ਤੌਰ 'ਤੇ ਬੰਦਾ ਜਵਾਨ ਹੋਇਆ ਤੇ ਜਵਾਨੀ ਤੋਂ ਬਾਅਦ ਬੁਢੇਪਾ ਆ ਗਿਆ ਤੇ ਸਰੀਰ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਆ ਗਿਆ ਕਾਮ ਪਾਛੈ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਹੁਣ ਜਦੋਂ ਜੀਵਨ ਅੱਗੇ ਅੱਗੇ ਤੁਰਿਆ ਜਾਂਦਾ ਹੈ ਤੇ ਮਨ ਵਿੱਚ ਡੋਲਣਾ ਸ਼ੁਰੂ ਹੁੰਦੀ ਹੈ, ਮਨ ਅੰਦਰੋਂ ਕੰਬਣਾ ਸ਼ੁਰੂ ਹੋ ਜਾਂਦਾ ਹੈ, ਮਨ ਅੰਦਰੋਂ ਡਰਨਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਮਨ ਅੰਦਰੋਂ ਡਰਦਾ ਹੈ, ਜਦੋਂ ਮਨ ਅੰਦਰੋਂ ਕਮਜ਼ੋਰ ਹੋ ਜਾਂਦਾ ਹੈ ਤੇ ਸਰੀਰ ਨੇ ਤਾਂ ਕਮਜ਼ੋਰ ਫਿਰ ਆਪਣੇ ਆਪ ਹੀ ਹੋਣਾ, ਸਰੀਰ ਨੇ ਤਾਂ ਫਿਰ ਨਿਘਾਰ ਵਾਲੇ ਪਾਸੇ ਨੂੰ ਆਪਣੇ ਆਪ ਹੀ ਜਾਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦਾਦਿਸ਼ ਸ਼ਾਖ ਹਰੀ ਹਰਿਆਵਲ ਸਹਿਜ ਪੱਕੇ ਸੋ ਮੀਠਾ। ਕਾਈ ਦੇ ਪਿਛਲਾ ਹਾਲ ਵੇਖ ਕੇ ਮਨ ਡੋਲਦਾ, ਪਰ ਹਰ ਪਾਸੇ ਬਨਸਪਤੀ ਦੀ ਹਰੀ ਭਰੀ ਬਨਸਪਤੀ ਨੂੰ ਹਰਿਆ ਭਰਿਆ ਵੇਖ ਕੇ ਉਹਦਾ ਜਿਹੜਾ ਮੌਸਮ ਹੈ, ਜਿਹੜਾ ਉੱਥੋਂ ਦਾ ਮਾਹੌਲ ਹੈ, ਜਿਹੜਾ ਉੱਥੋਂ ਦਾ ਵਾਤਾਵਰਨ ਹੈ, ਕਹਿੰਦੇ ਇਹ ਸਾਰੀਆਂ ਚੀਜ਼ਾਂ ਵੇਖ ਕੇ ਮੇਰੇ ਮਨ ਦੇ ਵਿੱਚ ਇੱਕ ਗੱਲ ਦਾ ਧਰਵਾਸਾ ਵੱਜਦਾ ਵੀ ਕੋਈ ਗੱਲ ਨਹੀਂ, ਡਰਨ ਦੀ ਲੋੜ ਨਹੀਂ। ਅਜੇ ਵੀ ਬਨਸਪਤੀ ਬਹੁਤ ਥਾਵਾਂ ਤੋਂ ਹਰੀ ਹੈ, ਰੁੱਖਾਂ ਦੇ ਉੱਪਰ ਅਜੇ ਵੀ ਹਰਿਆਵਲ ਕਾਇਮ ਹੈ, ਰੁੱਖ ਜਿਹੜੇ ਨੇ ਉਹ ਅਜੇ ਵੀ ਹਰੇ ਭਰੇ ਨੇ। ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਮਨ ਨੂੰ ਕਮਜ਼ੋਰ ਪੈਣ ਦੀ ਲੋੜ ਨਹੀਂ। ਦੁਨੀਆ ਦੇ ਵਿੱਚ ਬੰਦਾ ਕੋਈ ਵੀ ਕੰਮ ਕਰ ਸਕਦਾ ਹੈ, ਕੋਈ ਵੀ ਬੰਦਾ ਇਸ ਤਰ੍ਹਾਂ ਦਾ ਦੁਨੀਆ ਵਿੱਚ ਨਹੀਂ ਵੀ ਕਿਸੇ ਕੰਮ ਨੂੰ ਕਰਨ ਦੀ, ਕਿਸੇ ਸ਼ਕਤੀ ਨੂੰ ਕਰਨ ਦੀ ਸਮਰੱਥਾ ਨਾ ਰੱਖਦਾ ਹੋਵੇ, ਪਰ ਉਹਦੇ ਪਿੱਛੇ ਤੁਹਾਡੇ ਮਨ ਦੀ ਤਿਆਰੀ ਬੜੀ ਜ਼ਰੂਰੀ ਹੈ। ਜੇ ਤੁਹਾਡਾ ਮਨ ਤਿਆਰ ਹੈ ਤਾਂ ਤੁਹਾਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਡੁਲਾ ਸਕਦੀ, ਜੇ ਮਨ ਤਿਆਰ ਹੈ। ਜੇ ਮਨ ਅੰਦਰੋਂ ਕਮਜ਼ੋਰ ਹੈ, ਜੇ ਮਨ ਅੰਦਰੋਂ ਅਜੇ ਤੱਕ ਡੋਲਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਤੂੰ ਵੀ ਜੀਵਨ ਦੇ ਵਿੱਚ ਸਫਲ ਨਹੀਂ ਹੋ ਸਕਦਾ। ਜਪਜੀ ਸਾਹਿਬ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ। ਮਹਾਰਾਜ ਜਪਜੀ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ, ਮਨ ਜੀਤੈ ਜਗ ਜੀਤ। ਬਸ ਮਨ ਨੂੰ ਜਿੱਤਣ ਦੀ ਗੱਲ, ਜਿੱਦਣ ਮਨ ਜਿੱਤਿਆ ਗਿਆ ਉਦੋਂ ਜਗ ਵੀ ਜਿੱਤਿਆ ਜਾਏਗਾ। ਜੇ ਮਨ ਦੇ ਵਿੱਚ ਅਜੇ ਤੱਕ ਭਟਕਣਾ ਹੈ ਤੇ ਜਗ ਨਹੀਂ ਜਿੱਤਿਆ ਜਾ ਸਕਦਾ। ਇੱਕ ਬੜਾ ਪਿਆਰਾ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਜਿਸ ਪਿਆਰੇ ਦੇ ਨਾਲ ਪਿਆਰ ਹੋ ਜਾਵੇ ਨਾ, ਉੱਥੇ ਫਿਰ ਮਨ ਦੇ ਵਿੱਚੋਂ ਭਟਕਣਾ, ਉੱਥੇ ਫਿਰ ਮਨ ਦੇ ਵਿੱਚੋਂ ਡੋਲਣਾ ਬੰਦੇ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਪਿਆਰ ਹੋਣਾ ਚਾਹੀਦਾ। ਸ਼ਰਤ ਇਹ ਹੈ, ਸਤਿਗੁਰੂ ਕਹਿੰਦੇ ਨੇ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚਲੀਏ। ਉਸ ਦੇ ਅੱਗੇ ਆਪਾ ਭਾਵ ਸਮਰਪਣ ਕਰ ਦੇਣਾ ਚਾਹੀਦਾ ਹੈ। ਉਹਦੇ ਅੱਗੇ ਫਿਰ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ, ਉਹਦੇ ਅੱਗੇ ਫਿਰ ਕੰਡੀਸ਼ਨਾਂ ਨਹੀਂ ਲਾਉਣੀਆਂ ਚਾਹੀਦੀਆਂ ਵੀ ਤੂੰ ਮੈਨੂੰ ਆਹ ਕੁਝ ਦੇ ਤਾਂ ਹੀ ਮੈਂ ਤੇਰੇ ਗੁਰਦੁਆਰੇ ਆਵਾਂਗਾ। ਉਹਦੇ ਅੱਗੇ ਫਿਰ ਇੱਦਾਂ ਦੇ ਸਵਾਲ ਨਹੀਂ ਕਰਨੇ ਚਾਹੀਦੇ, ਆਹ ਕੁਝ ਤਾਂ ਤੂੰ ਮੈਨੂੰ ਦਿੱਤਾ ਨਹੀਂ, ਫਿਰ ਮੈਂ ਤੈਨੂੰ ਮੱਥਾ ਕਿਉਂ ਟੇਕਾਂ, ਫਿਰ ਮੈਂ ਤੈਨੂੰ ਨਮਸਕਾਰ ਕਿਉਂ ਕਰਾਂ, ਫਿਰ ਮੈਂ ਤੈਨੂੰ ਸਿਜਦਾ ਕਿਉਂ ਕਰਾਂ, ਮੈਂ ਤੇਰੇ ਦਰ 'ਤੇ ਕਿਉਂ ਆਵਾਂ, ਮੈਂ ਤੇਰੀ ਹਾਜ਼ਰੀ ਕਿਉਂ ਭਰਾਂ। ਸਵਾਲ ਜਵਾਬ ਹਮੇਸ਼ਾ ਉੱਥੇ ਕੀਤੇ ਜਾਂਦੇ ਨੇ ਜਿੱਥੇ ਵਿਸ਼ਵਾਸ ਨਹੀਂ ਹੁੰਦਾ। ਪਤੀ ਪਤਨੀ ਦਾ ਜਿੱਥੇ ਇੱਕ ਦੂਜੇ 'ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਪਿਆਰ ਨਹੀਂ, ਇਤਫਾਕ ਨਹੀਂ ਇੱਕ ਦੂਜੇ ਦੇ ਨਾਲ, ਉੱਥੇ ਸਵਾਲ ਜਵਾਬ ਕੀਤੇ ਜਾਂਦੇ ਨੇ। ਜਿੱਥੇ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਸਨੇਹ ਹੋਵੇ, ਉੱਥੇ ਸਵਾਲ ਜਵਾਬ ਦੀ ਫਿਰ ਗੁੰਜਾਇਸ਼ ਨਹੀਂ ਰਹਿ ਜਾਂਦੀ, ਉੱਥੇ ਸਵਾਲ ਜਵਾਬ ਨਹੀਂ ਹੁੰਦੇ, ਉੱਥੇ ਵਿਸ਼ਵਾਸ ਹੁੰਦਾ ਸਾਨੂੰ ਇੱਕ ਦੂਜੇ 'ਤੇ। ਇਸੇ ਤਰੀਕੇ ਨਾਲ ਇਸ ਜੀਵ ਇਸਤਰੀ ਨੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਪਿਆਰ ਕਰਨਾ ਹੈ। ਮਹਾਰਾਜ ਕਹਿੰਦੇ ਨੇ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀਏ। ਤ੍ਰਿਗ ਜੀਵਨ ਸੰਸਾਰ ਤਾਕੇ ਪਾਸ਼ੇ ਜੀਵਣਾ। ਉਸ ਵਾਹਿਗੁਰੂ ਅਕਾਲ ਪੁਰਖ ਤੋਂ ਜੀਣਾ ਹੁਣ ਮੈਨੂੰ ਮੇਰੇ ਜੀਵਨ ਦੇ ਵਿੱਚ ਤ੍ਰਿਗ ਲੱਗਦਾ ਹੈ, ਫਿਟਕਾਰ ਲੱਗਦਾ ਹੈ, ਮੈਨੂੰ ਮੇਰੇ ਜੀਵਨ ਦੇ ਵਿੱਚ ਮਾੜਾ ਲੱਗਦਾ। ਮੈਂ ਉਹਦੇ ਤੋਂ ਬਿਨਾਂ ਹੁਣ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ, ਮੈਂ ਨਹੀਂ ਉਹਦੇ ਤੋਂ ਬਿਨਾਂ ਰਹਿ ਸਕਦਾ, ਮੇਰਾ ਹੁਣ ਉਹਦੇ ਤੋਂ ਬਿਨਾਂ ਦਿਲ ਨਹੀਂ ਲੱਗਦਾ। ਮੈਂ ਹੁਣ ਵੈਸੇ ਸਾਡਾ ਸੰਸਾਰ ਦਾ ਚੱਕਰ ਸਾਧ ਸੰਗਤ ਇੱਦਾਂ ਦਾ ਹੈ, ਇਸ਼ਕ ਵੀ ਵੈਸੇ ਦੋ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਅੱਜ ਸੰਸਾਰ ਦੇ ਵਿੱਚ ਚੱਲਦਾ। ਇੱਕ ਇਸ਼ਕ ਹੁੰਦਾ ਹੈ ਹਕੀਕੀ, ਇੱਕ ਇਸ਼ਕ ਹੁੰਦਾ ਮਿਜ਼ਾਜੀ। ਜਿਹੜਾ ਹਕੀਕੀ ਹੈ ਇਹ ਹਕੀਕਤ ਨਾਲ ਜੁੜਿਆ ਹੋਇਆ ਹੈ। ਜਦੋਂ ਅਸੀਂ ਬਾਹਰੀ ਤੌਰ 'ਤੇ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਇਸ਼ਕ ਦੀਆਂ ਗੱਲਾਂ ਕਰਦੇ, ਤੁਸੀਂ ਵੇਖੋ ਅੱਜ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਨੇ। ਆ ਥੋੜ੍ਹੇ ਦਿਨ ਪਹਿਲਾਂ ਇੱਕ ਯੂਪੀ ਦੀ ਘਟਨਾ ਵਾਪਰੀ ਹੈ। 16-17 ਸਾਲ ਦਾ ਮੁੰਡਾ ਸੀ, ਉਹ ਜਾਂ ਕਿਸੇ ਕਾਰਨ ਮਰ ਗਿਆ ਜਾਂ ਉਹਨੂੰ ਕਿਸੇ ਨੇ ਮਾਰ ਦਿੱਤਾ। 4 ਭੈਣਾਂ ਦਾ ਵਿਚਾਰਾ ਇਕੱਲਾ ਇਕੱਲਾ ਭਰਾ ਸੀ, ਪਰ ਮੌਤ ਦੇ ਘਾਟ ਉਤਰ ਗਿਆ। ਆਪਣੀ
ਜ਼ਿੰਦਗੀ ਦੇ ਵਿੱਚ ਅਜੇ ਬਹੁਤ ਕੁਝ ਅੱਗੇ ਕਰਨਾ ਸੀ, ਜ਼ਿੰਦਗੀ ਦੇ ਪੈਂਡਿਆਂ ਨੂੰ ਅਜੇ ਮਾਰਨਾ ਸੀ, ਪਰ ਇੱਦਾਂ ਦੀ ਵਿਧ ਬਣੀ ਵੀ ਸੰਸਾਰ ਦੇ ਇਸ ਖਲਜਗਣ ਦੇ ਵਿੱਚ ਫਸ ਕੇ ਬੰਦਾ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਬੈਠਾ। ਅਸੀਂ ਨਾ ਬਾਹਰੀ ਤੌਰ 'ਤੇ ਜੋ ਕੁਝ ਅੱਜ ਸੁਣਦੇ ਹਾਂ, ਉਹਨਾਂ ਚੀਜ਼ਾਂ ਦਾ ਪ੍ਰਭਾਵ ਸਾਡੀ ਮਾਨਸਿਕਤਾ 'ਤੇ ਜ਼ਰੂਰ ਪੈਂਦਾ ਹੈ। ਅੱਜ ਬਾਹਰੀ ਤੌਰ 'ਤੇ ਜਦੋਂ ਗਾਣਿਆਂ ਨੂੰ ਸੁਣਿਆ ਜਾਂਦਾ ਹੈ, ਟੀਵੀ ਦੇ ਵਿੱਚ ਸੀਰੀਅਲ ਵੇਖ ਕੇ ਜਾਂਦੇ ਨੇ, ਅਸੀਂ ਵੇਖ ਰਹੇ ਹਾਂ, ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਡੇ ਮਨ ਦੇ ਵਿੱਚ ਘਰ ਘਰ ਜਾਂਦੀਆਂ ਨੇ, ਅਤੇ ਫਿਰ ਸਮਾਂ ਪਾ ਕੇ ਜਿਹੜਾ ਬੀਜ ਅਸੀਂ ਆਪਣੇ ਮਨ ਵਿੱਚ ਪਾਇਆ ਹੁੰਦਾ ਉਹ ਪੁੰਗਰਦਾ ਜ਼ਰੂਰ ਹੈ, ਉਹਨੇ ਫੁੱਟਣਾ ਇੱਕ ਦਿਨ ਜ਼ਰੂਰ ਹੈ। ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਰੋਕਦੇ ਨਹੀਂ। ਜੇ ਰੋਕਿਆ ਹੁੰਦਾ ਤਾਂ ਅੱਜ ਸੰਸਾਰ ਇੱਥੋਂ ਤੱਕ ਨਾ ਪਹੁੰਚਿਆ ਹੁੰਦਾ। 16-17 ਸਾਲ ਹੀ ਅਜੇ ਮਸਾਂ ਮੁੰਡੇ ਦੀ ਉਮਰ ਹੈ, ਪਰ ਚੌਹਾਂ ਭੈਣਾਂ ਦਾ ਭਰਾ ਵਿਚਾਰਾ ਇਕੱਲਾ ਇਕੱਲਾ ਸੀ, ਚੜ੍ਹਾਈ ਕਰ ਗਿਆ। ਉਸ ਤੋਂ ਬਾਅਦ ਉਹਦੇ ਪਰਿਵਾਰ ਦੀ ਕੀ ਜ਼ਿੰਦਗੀ ਹੋਏਗੀ, ਕਿੱਦਾਂ ਬਤੀਤ ਕਰਦਾ ਹੋਏਗਾ ਭਰਾ ਨੂੰ। ਪਰ ਅਸੀਂ ਗੁਰੂ ਦੀ ਸਿੱਖਿਆ ਅਜੇ ਤੱਕ ਆਪਣੇ ਬੱਚਿਆਂ ਨੂੰ ਦੇਣ ਤੋਂ ਅਸਮਰੱਥ ਰਹੇ ਹਾਂ, ਤਾਂ ਹੀ ਅੱਜ ਸਾਡੇ ਸੰਸਾਰ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਮੈਂ ਇੱਕ ਦਿਨ ਪਹਿਲਾਂ ਵੀ ਸ਼ਾਮ ਦੇ ਦੀਵਾਨ ਵਿੱਚ ਗੱਲ ਸਾਂਝੀ ਕੀਤੀ ਸੀ। ਅਸੀਂ ਪਿਆਰ ਸੋਚਦੇ ਹਾਂ ਜਿਹੜਾ ਬਾਹਰੀ ਤੌਰ 'ਤੇ ਹੁੰਦਾ, ਅਤੇ ਫਿਰ ਪਿਆਰ ਦੇ ਵਿੱਚ ਗੱਲਾਂ ਬਾਤਾਂ ਵੀ ਇੱਦਾਂ ਦੀਆਂ ਕੀਤੀਆਂ ਜਾਂਦੀਆਂ ਨੇ, ਮੈਂ ਜ਼ਿੰਦਗੀ ਉਹਦੇ ਤੋਂ ਬਿਨਾਂ ਬਤੀਤ ਨਹੀਂ ਕਰ ਸਕਦਾ, ਮੈਂ ਨਹੀਂ ਜੀ ਸਕਦਾ, ਉਹਦੇ ਤੋਂ ਬਿਨਾਂ ਮੇਰੀ ਜ਼ਿੰਦਗੀ ਸਾਰੀ ਬਰਬਾਦ ਹੈ। ਮੈਂ ਸੋਚਦਾ ਹੁੰਦਾ ਅਸੀਂ ਕਿਹੜੇ ਪਿਆਰ ਦੇ ਚੱਕਰ ਵਿੱਚ ਫਸੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਤੇਰੇ ਤੇ ਅੱਜ ਜਵਾਨੀ ਹੈ, ਕੱਲ੍ਹ ਨੂੰ ਬੁਢੇਪਾ ਆ ਜਾਣਾ ਹੈ, ਰੂਪ ਦਾ ਕਾਹਦਾ ਮਾਣ ਹੈ ਤੈਨੂੰ। ਇਸੇ ਕਰਕੇ ਮਹਾਰਾਜ ਨੇ ਸੁੰਦਰਤਾ ਨੂੰ ਵੀ ਇੱਕ ਵਿਕਾਰ ਦੇ ਵਿੱਚ ਰੱਖਿਆ। ਮਹਾਰਾਜ ਕਹਿੰਦੇ ਨੇ, ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਹ ਸਾਰੀਆਂ ਚੀਜ਼ਾਂ ਵਿਅਰਥ ਨੇ ਜੇ ਤੇਰੇ ਮਨ ਦੇ ਵਿੱਚ ਗੁਰੂ ਵਾਲੀ ਪ੍ਰੀਤ ਨਹੀਂ। ਸੁੰਦਰਤਾ ਬੰਦੇ 'ਤੇ ਹੋਵੇ, ਬੰਦਾ ਬਹੁਤ ਸੁੰਦਰ ਹੋਵੇ, ਬਹੁਤ ਸਾਰੇ ਬੰਦਿਆਂ ਨੂੰ ਸੁੰਦਰਤਾ ਦੇ ਵਿੱਚ ਮਾਤ ਪਾਉਂਦਾ ਹੋਵੇ, ਨੈਣ ਨਕਸ਼ ਉਹਦੇ ਬਹੁਤ ਸੋਹਣੇ ਹੋਣ, ਮਹਾਰਾਜ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਗੁਰੂ ਵਾਲੀ ਪ੍ਰੀਤ ਨਹੀਂ ਤੇ ਸਾਰਾ ਕੁਝ ਹੀ ਵਿਅਰਥ ਹੈ। ਇਹ ਸੁੰਦਰਤਾ ਅੱਜ ਹੈ, ਕੱਲ੍ਹ ਨੂੰ ਬੁਢੇਪਾ ਆ ਜਾਏਗਾ, ਕਿੱਥੇ ਜਾਏਗੀ ਤੇਰੀ ਸੁੰਦਰਤਾ। ਅਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਅੱਜ ਸੰਸਾਰ ਦੇ ਬਾਜ਼ਾਰ ਦੇ ਵਿੱਚ ਤੁਸੀਂ ਫਿਰ ਕੇ ਵੇਖੋ, ਤੁਹਾਨੂੰ ਜਿੰਨੀਆਂ ਵੀ ਦੁਕਾਨਾਂ ਦਿਸਣਗੀਆਂ, ਉਹਦੇ 'ਚੋਂ 90% ਦੁਕਾਨਾਂ ਉਹ ਨੇ ਜਿਹੜੀਆਂ ਬੰਦੇ ਦੇ ਸਰੀਰ ਨੂੰ ਸੁੰਦਰ ਕਰਦੀਆਂ ਨੇ, ਅਤੇ ਮਨ ਦੀ ਸੁੰਦਰਤਾ ਵਾਸਤੇ ਇੱਕ ਵੀ ਚੀਜ਼ ਨਹੀਂ। ਮਨ ਦੀ ਸੁੰਦਰਤਾ ਵਾਸਤੇ ਇੱਕ ਵੀ ਦੁਕਾਨ ਨਹੀਂ। ਬਾਜ਼ਾਰ ਵਿੱਚ ਤੁਸੀਂ ਜਾਓ, ਕਿਹੜੀ ਦੁਕਾਨ ਹੈ ਜਿਹੜੀ ਮਨ ਦੀ ਸੁੰਦਰਤਾ ਵਾਸਤੇ ਅੱਜ ਲੱਗੀ ਹੋਈ ਹੈ, ਜਿੱਥੇ ਮਨ ਨੂੰ ਸਮਝਾਉਣ ਦੇ ਬਾਰੇ ਸਿਖਾਇਆ ਜਾਂਦਾ ਹੈ। ਇਹ ਕੇਵਲ ਗੁਰੂ ਨੇ ਸਮਝਾਉਣਾ ਹੈ। ਦੁਨੀਆ ਬਾਹਰੀ ਤੌਰ 'ਤੇ ਪਿਆਰ ਕਰਦੀ ਹੈ, ਅਤੇ ਇੱਕ ਦੂਜੇ ਦੇ ਮਗਰ ਲਾ ਕੇ ਅਤੇ ਮੌਤ ਦੇ ਘਾਟ ਉਤਰ ਜਾਂਦੀ ਹੈ। ਪਰ ਇੱਕ ਪਿਆਰ ਕੀਤਾ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲੇ ਨੇ। ਉਸ ਪਿਆਰ ਨੂੰ ਅੱਜ ਤੱਕ ਦੁਨੀਆ ਯਾਦ ਕਰਦੀ ਹੈ। ਚਾਂਦਨੀ ਚੌਂਕ ਉਸ ਪਿਆਰ ਦੀ ਗਵਾਹੀ ਭਰਦਾ ਹੈ। ਉਹ ਐਸਾ ਪਿਆਰ ਸੀ ਗੁਰੂ ਦੇ ਸਿੱਖਾਂ ਦਾ। 3 ਗੁਰੂ ਦੇ ਸਿੱਖ ਚਾਂਦਨੀ ਚੌਂਕ ਵਿੱਚ ਗੁਰੂ ਤੋਂ ਪਹਿਲਾਂ ਆਪਣੇ ਸਵਾਸਾਂ ਦੇ ਭੌਰ ਨੂੰ ਇਸ ਦੁਨੀਆ ਤੋਂ ਉਡਾ ਕੇ ਤੁਰ ਜਾਂਦੇ ਨੇ, ਪਰ ਉਸ ਪਿਆਰ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੈ। ਉਹ ਸੀ ਅਸਲੀ ਪਿਆਰ ਜਿਹੜਾ ਆਪਣੇ ਗੁਰੂ ਨਾਲ ਕੀਤਾ ਜਾਂਦਾ ਹੈ। ਦੁਨੀਆ ਬਾਹਰੀ ਤੌਰ 'ਤੇ ਸੁੰਦਰਤਾ ਦੇ ਚੱਕਰ ਵਿੱਚ ਕਿੰਨਾ ਕਿੰਨਾ ਪੈਸਾ ਬਰਬਾਦ ਕਰ ਦਿੰਦੀ ਹੈ। ਬਾਹਰੀ ਤੌਰ 'ਤੇ ਸੁੰਦਰ ਹੋਣ ਬਦਲੇ ਲੱਖਾਂ ਅਰਬਾਂ ਖਰਬਾਂ ਰੁਪਈਆ 'ਚ ਖਰਚੇ ਜਾ ਰਹੇ ਨੇ, ਪਰ ਮਨ ਦੀ ਸੁੰਦਰਤਾ ਨਹੀਂ। ਜੇ ਸੱਚੀ ਕਿਸੇ ਗੱਲ ਦੀ ਸੁੰਦਰਤਾ ਵੇਖਣੀ ਹੋਵੇ ਤਾਂ ਮੈਂ ਗੱਲ ਕਰਦਾ ਹੁੰਦਾ ਸਾਹਿਬਜ਼ਾਦਿਆਂ ਦੀ। ਤੁਸੀਂ ਵੇਖੋ, ਕੱਪੜਿਆਂ ਕਰਕੇ ਬੰਦਾ ਕੋਈ ਵੱਡਾ ਨਹੀਂ ਹੁੰਦਾ, ਕੋਈ ਬੰਦਾ ਖਾਣ ਪੀਣ ਕਰਕੇ ਵੱਡਾ ਨਹੀਂ ਹੁੰਦਾ, ਕੋਈ ਬੰਦਾ ਵੱਡੇ ਘਰ ਵਿੱਚ ਰਹਿਣ ਕਰਕੇ ਵੱਡਾ ਨਹੀਂ ਹੁੰਦਾ, ਕੋਈ ਬੰਦਾ ਵੱਡੀ ਗੱਡੀ ਲੈਣ ਕਰਕੇ ਵੱਡਾ ਨਹੀਂ ਹੁੰਦਾ। ਜੀਵਨ ਵਿੱਚ ਵੱਡੇ ਬਣਾਉਂਦੇ ਨੇ ਬੰਦੇ ਨੂੰ ਉਹਨਾਂ ਦੇ ਗੁਣ, ਕੱਪੜੇ ਨਹੀਂ ਵੱਡੇ ਬਣਾਉਂਦੇ। ਵੱਡੇ ਬਣਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਗੁਣ। ਭਾਈ ਗੁਰਦਾਸ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਧੀ ਪੇਕੇ ਘਰ ਵਿੱਚ ਰਹਿੰਦੀ ਹੈ, ਬੜੇ ਲਾਡ ਨਾਲ ਰਹਿੰਦੀ ਹੈ, ਬੜੇ ਪਿਆਰ ਨਾਲ ਰਹਿੰਦੀ ਹੈ, ਪਰ ਸਹੁਰੇ ਘਰ ਵਿੱਚ ਜਾ ਕੇ ਧੀ ਨੂੰ ਲਾਡ ਅਤੇ ਪਿਆਰ ਨਾਲ ਨਹੀਂ ਰੱਖਿਆ ਜਾਂਦਾ। ਸਹੁਰੇ ਘਰ ਵਿੱਚ ਜਾ ਕੇ ਧੀ ਦੀ ਕੀਮਤ ਉਹਦੇ ਗੁਣਾਂ ਕਰਕੇ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ ਨਾ, ਇਸ ਬਾਣੀ ਦੇ ਵਿੱਚ ਮਹਾਰਾਜ ਨੇ ਕੁਝ ਬਾਣੀਆਂ ਦਰਜ ਕੀਤੀਆਂ ਨੇ। ਇੱਕ ਬਾਣੀ ਹੈ ਕੁਚੱਜੀ। ਸਭ ਤੋਂ ਪਹਿਲਾਂ ਬਾਣੀ ਦਾ ਸਿਰਲੇਖ ਆਉਂਦਾ ਕੁਚੱਜੀ। ਕੁਚੱਜੀ ਇਸਤਰੀ ਉਹ ਹੁੰਦੀ ਹੈ ਜਿਹੜੀ ਕੀਤੇ ਹੋਏ ਕੰਮ ਨੂੰ ਵੀ ਵਿਗਾੜ ਦਿੰਦੀ ਹੈ। ਅਸੀਂ ਕਹਿ ਦਿੰਦੇ ਹਾਂ ਵੀ ਇਹ ਕੁਚੱਜੀ ਹੈ, ਇਹਨੂੰ ਕੰਮ ਨਹੀਂ ਕਰਨਾ ਆਉਂਦਾ। ਉਸ ਤੋਂ ਬਾਅਦ ਬਾਣੀ ਆਉਂਦੀ ਹੈ ਸੁਚੱਜੀ। ਸੁਚੱਜੀ ਉਹ ਹੁੰਦੀ ਹੈ ਜਿਹੜਾ ਕੰਮ ਚੱਲ ਰਿਹਾ ਹੋਵੇ, ਜਿਹੜਾ ਕੰਮ ਕੀਤਾ ਜਾ ਰਿਹਾ ਹੋਵੇ, ਉਸ ਕੰਮ ਨੂੰ ਮੁਕੰਮਲ ਤਰੀਕੇ ਨਾਲ ਸੰਪੂਰਨ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲੀ ਬਾਣੀ ਆਉਂਦੀ ਹੈ ਗੁਣਵੰਤੀ। ਗੁਣਵੰਤੀ ਉਹ ਹੁੰਦੀ ਹੈ ਜਿਹੜਾ ਬੰਦਾ ਇੱਕ ਕੰਮ
ਕਰਨ ਜਾ ਰਿਹਾ ਹੋਵੇ ਤੇ ਉਹਦੇ ਨਾਲ ਤੁਰਿਆ ਤੁਰਿਆ ਆਉਂਦਾ 4-5 ਕੰਮ ਬੰਦਾ ਆਪਣੇ ਆਪ ਹੀ ਸਮੇਟ ਦਿੰਦਾ ਵੀ ਬਾਅਦ 'ਚ ਵੀ ਤਾਂ ਮੈਨੂੰ ਕਰਨੇ ਪੈਣੇ, ਮੈਂ ਹੁਣ ਹੀ ਇਹਨੂੰ ਕੰਮ ਨੂੰ ਕਰ ਲੈਣਾ ਤੇ ਨਾਲੇ ਮੇਰਾ ਸਮਾਂ ਬਚ ਜਾਏਗਾ। ਇਹ 3 ਬਾਣੀਆਂ ਨੇ। ਇਹਨਾਂ 3 ਬਾਣੀਆਂ ਤੋਂ ਬਾਅਦ ਪਾਠ ਆਉਂਦਾ ਲਾਵਾਂ ਦਾ। ਉਸ ਤੋਂ ਬਾਅਦ ਫਿਰ ਜੀਵ ਇਸਤਰੀ ਦਾ ਵਿਆਹ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੁੰਦਾ। ਵੱਖਰੀ ਤੌਰ 'ਤੇ ਅਸੀਂ ਇਸ ਚੀਜ਼ ਨੂੰ ਸੰਸਾਰ ਦੀਆਂ ਰੀਤਾਂ ਅਤੇ ਰਸਮਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ। ਪਰ 3 ਬਾਣੀਆਂ ਆਉਂਦੀਆਂ ਨੇ, ਪਹਿਲੀ ਕੁਚੱਜੀ, ਫਿਰ ਸੁਚੱਜੀ ਅਤੇ ਫਿਰ ਗੁਣਵੰਤੀ। ਉਸ ਤੋਂ ਬਾਅਦ ਜੀਵ ਇਸਤਰੀ ਦਾ ਵਿਆਹ ਆਨੰਦ ਕਾਰਜ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਹੁੰਦਾ। ਉੱਥੇ ਜਾ ਕੇ ਫਿਰ ਇਹ ਬੇਨਤੀ ਕੀਤੀ ਜਾਂਦੀ ਹੈ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਹੁਣ ਤੇਰੇ ਜੀਵਨ ਦੇ ਵਿੱਚ ਗੁਣ ਆ ਗਏ ਅਤੇ ਇਹਨਾਂ ਗੁਣਾਂ ਤੋਂ ਬਾਅਦ ਤੇਰਾ ਵਿਆਹ ਉਸ ਵਾਹਿਗੁਰੂ ਅਕਾਲ ਪੁਰਖ ਪਤੀ ਪਰਮਾਤਮਾ ਦੇ ਨਾਲ ਹੋਏਗਾ। ਹੁਣ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਬਾਹਰੀ ਤੌਰ 'ਤੇ ਅੱਜ ਜਿੰਨੇ ਵੀ ਬਾਜ਼ਾਰ ਲੱਗੇ ਹੋਏ ਨੇ ਬੰਦੇ ਦੇ ਸਰੀਰ ਦੀ ਸੁੰਦਰਤਾ ਵਾਸਤੇ ਨੇ, ਪਰ ਕਦੀ ਆਪਣੀ ਸੁਰਤ ਨੂੰ ਉਸ ਚਮਕੌਰ ਦੀ ਗੜੀ ਵਾਲੇ ਪਾਸੇ ਲੈ ਕੇ ਜਾਇਓ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 3 ਪਿਆਰੇ, ਉਹਨਾਂ ਦੇ ਸਿੱਖ, ਉਹਨਾਂ ਦੇ 2 ਸਾਹਿਬਜ਼ਾਦੇ, ਅੱਤ ਦੀ ਬਾਹਰ ਠੰਡ ਪੈ ਰਹੀ ਹੈ, ਚਮਕੌਰ ਦੀ ਗੜੀ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਪਏ ਹੋਏ ਨੇ। ਉਹਨਾਂ ਦੇ ਕੱਪੜੇ ਖੂਨ ਦੇ ਨਾਲ ਲੱਥ-ਪੱਥ ਹੋਏ ਨੇ, ਸਰੀਰ 'ਤੇ ਮਿੱਟੀ ਵੀ ਲੱਗੀ ਹੋਈ ਹੈ। ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਸਰੀਰ 'ਤੇ ਦੁਸ਼ਮਣਾਂ ਨੇ ਵਾਰ ਕੀਤੇ ਹੋਏ ਨੇ। ਸਰੀਰ ਜਿਹੜਾ ਹੈ ਇਹ ਨੇਜਿਆਂ ਦੇ ਨਾਲ ਬਿੰਨਿਆ ਪਿਆ ਹੈ। ਪਰ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਜਿੰਨੇ ਖੂਬਸੂਰਤ ਅਤੇ ਜਿੰਨੇ ਸੁੰਦਰ ਮੈਦਾਨੇ ਜੰਗ ਦੇ ਵਿੱਚ ਪਏ ਹੋਏ ਉਹ ਉਸ ਵਕਤ ਲੱਗ ਰਹੇ ਨੇ, ਇੰਨੀ ਖੂਬਸੂਰਤੀ ਦੁਨੀਆ ਦੇ ਕਿਸੇ ਬੰਦੇ ਕੋਲ ਹੈ ਹੀ ਨਹੀਂ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣੇ ਗਏ। ਧਿਆਨ ਨਾਲ ਸੁਣਿਓ, ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣੇ ਗਏ। ਜਦੋਂ ਦੁਸ਼ਮਣ ਕੰਧ ਉੱਪਰ ਵਾਲੇ ਪਾਸੇ ਨੂੰ ਚੁੱਕੀ ਜਾ ਰਿਹਾ ਹੈ, ਮਿੱਟੀ ਦੇ ਗਾਰੇ ਦੇ ਨਾਲ ਕੰਧ ਉਸਾਰੀ ਜਾ ਰਹੀ ਹੈ, ਦੁਸ਼ਮਣ ਕੰਧ ਉੱਪਰ ਵੱਲ ਨੂੰ ਚੁੱਕਦਾ ਜਾ ਰਿਹਾ ਹੈ। ਸਾਹਿਬਜ਼ਾਦਿਆਂ ਦੇ ਗਲ ਵਿੱਚ ਪਾਏ ਹੋਏ ਜਿਹੜੇ ਕੱਪੜੇ ਨੇ ਉਹ ਮਿੱਟੀ ਦੇ ਗਾਰੇ ਦੇ ਨਾਲ ਲਿਬੜ ਰਹੇ ਨੇ। ਕੰਧ ਉੱਪਰ ਤੱਕ ਜਾਂਦੀ ਹੈ, ਸਾਹਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ, ਕੰਧ ਡਿੱਗ ਪੈਂਦੀ ਹੈ ਅਤੇ ਸਾਹਿਬਜ਼ਾਦੇ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ। ਹੁਣ ਉਹਨਾਂ ਦੇ ਕੱਪੜਿਆਂ ਨੂੰ ਮਿੱਟੀ ਲੱਗੀ ਹੋਈ ਹੈ, ਕੱਪੜਿਆਂ ਨੂੰ ਗਾਰਾ ਲੱਗਾ ਹੋਇਆ, ਪਰ ਜਿੰਨੇ ਉਸ ਵਕਤ ਸਰਹੰਦ ਦੀ ਧਰਤੀ 'ਤੇ ਪਏ ਸਾਹਿਬਜ਼ਾਦੇ ਸੋਹਣੇ ਲੱਗਦੇ ਨੇ, ਲੱਖਾਂ ਰੁਪਏ ਆਪਣੇ ਤਨ 'ਤੇ ਖਰਚਣ ਵਾਲਿਆ, ਉਹ ਖੂਬਸੂਰਤੀ ਅੱਜ ਤੇਰੇ ਕੋਲ ਵੀ ਨਹੀਂ ਹੈਗੀ। ਖੂਬਸੂਰਤੀ ਤੇਰੇ ਕੋਲ। ਭਗਤ ਪੂਰਨ ਸਿੰਘ ਬੜੀ ਕਮਾਲ ਦੀ ਗੱਲ ਕਰਿਆ ਕਰਦੇ ਸਨ, ਕਹਿੰਦੇ ਜੀਵਨ ਦੇ ਵਿੱਚ ਸੁਖੀ ਰਹਿਣ ਦੇ 2 ਤਰੀਕੇ ਨੇ, ਸਾਦਾ ਖਾਓ ਅਤੇ ਸਾਦਾ ਹੰਢਾਓ। ਇਹ ਬੰਦੇ ਦੇ ਜੀਵਨ ਦਾ ਨਿਰਵਾਹ ਚਾਹੀਦਾ ਹੈ। ਪਾਉਣਾ ਤਾਂ ਬੰਦੇ ਨੇ ਕੱਪੜਾ ਹੀ ਹੈ ਨਾ, ਫਿਰ ਵੱਧ ਪਾਉਣ ਦੀ ਤਮੰਨਾ ਅਤੇ ਵੱਧ ਖਾਣ ਦੀ ਤਮੰਨਾ ਬੰਦੇ ਨੂੰ ਆਏ ਦਿਨ ਨਿੱਤ ਪਰੇਸ਼ਾਨ ਕਰਦੀ ਹੈ। ਆਏ ਦਿਨ ਨਿੱਤ ਇਹਦੇ ਜੀਵਨ ਦੇ ਵਿੱਚ ਮੁਸ਼ਕਲਾਂ ਦਾ ਜੰਜਾਲ, ਮੁਸ਼ਕਲਾਂ ਦਾ ਪਹਾੜ ਇਹਦੇ ਜੀਵਨ ਵਿੱਚ ਖਲੋ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਸੀ 4 ਸਾਲ ਦਾ, ਉਹਦਾ ਨਾਮ ਸੀ ਅਜੇ ਸਿੰਘ। ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬੜਾ ਲੰਮਾ ਸਮਾਂ ਘੇਰਾ ਪਾਇਆ ਜਾਂਦਾ ਹੈ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਦਿੱਲੀ ਦੀ ਧਰਤੀ 'ਤੇ ਲਿਜਾਇਆ ਜਾਂਦਾ ਹੈ। ਉਹਨਾਂ ਦਾ ਪੁੱਤਰ ਉਹਨਾਂ ਦੀ ਗੋਦੀ ਵਿੱਚ ਬੈਠਾ ਹੋਇਆ ਹੈ। ਜ਼ਾਲਮ ਉਹਨਾਂ ਨੂੰ ਇਹ ਗੱਲ ਕਹਿ ਰਿਹਾ ਹੈ, ਤੁਸੀਂ ਇੱਕ ਵਾਰ ਕਹਿ ਦਿਓ ਅਸੀਂ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ, ਤੁਹਾਨੂੰ ਛੱਡ ਦਿੱਤਾ ਜਾਏਗਾ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਗੁਰੂ ਦਾ ਸਿੱਖ ਹਾਂ, ਇੱਕ ਵਾਰੀ ਗੁਰੂ ਦਾ ਬੰਦਾ ਬਣ ਗਿਆ, ਹੁਣ ਮੈਨੂੰ ਕਿਸੇ ਦੂਜੇ ਦਾ ਬੰਦਾ ਬਣਨ ਦੀ ਲੋੜ ਨਹੀਂ। ਮੈਂ ਗੁਰੂ ਦਾ ਗੁਲਾਮ ਹਾਂ, ਮੈਂ ਆਪਣੇ ਗੁਰੂ ਦੀ ਮੰਨਾਂਗਾ। ਮੈਂ ਤੁਹਾਡੀ ਕਿਉਂ ਮੰਨਾਂ, ਮੈਂ ਤੁਹਾਡੀ ਗੱਲ ਨੂੰ ਕਿਉਂ ਮੰਨਾਂ। ਜ਼ਾਲਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਪਿਆ ਹੋਇਆ ਉਹਨਾਂ ਦਾ 4 ਸਾਲ ਦਾ ਬੱਚਾ ਪੁੱਤਰ ਅਜੇ ਸਿੰਘ ਚੁੱਕਿਆ ਅਤੇ ਉਹਦਾ ਕਲੇਜਾ ਕੱਢ ਕੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ। ਮੈਂ ਕਈ ਵਾਰੀ ਸੋਚਦਾ, ਜਦੋਂ ਉਸ ਬੱਚੇ ਨੂੰ ਜ਼ਮੀਨ 'ਤੇ ਲਟਾਇਆ ਗਿਆ ਹੋਵੇਗਾ, ਉਹਦੇ ਸਰੀਰ ਨੂੰ ਮਿੱਟੀ ਲੱਗੀ ਹੋਏਗੀ, ਉਹਦੇ ਸਰੀਰ ਨੂੰ ਖੂਨ ਲੱਗਿਆ ਹੋਏਗਾ। ਸਰੀਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਖੂਨ ਦੇ ਨਾਲ ਲੱਥ-ਪੱਥ ਹੋਇਆ, ਸਰੀਰ ਨੂੰ ਮਿੱਟੀ ਲੱਗੀ ਹੋਈ ਹੈ। ਪਰ ਜਿੰਨਾ ਖੂਬਸੂਰਤ ਉਹ ਬੱਚਾ ਉਸ ਵਕਤ ਉਸ ਮੈਦਾਨ ਵਿੱਚ ਲੱਗ ਰਿਹਾ ਹੈ, ਦੁਨੀਆ 'ਤੇ ਲੱਖਾਂ ਰੁਪਏ ਖਰਚਣ ਵਾਲਿਆ ਬੰਦਿਆ, ਨਕਲੀ ਖੂਬਸੂਰਤੀ ਨੂੰ ਖਰੀਦਣ ਵਾਲਿਆ ਬੰਦਿਆ, ਉਹ ਖੂਬਸੂਰਤੀ ਦਾ ਮੁਕਾਬਲਾ ਤੂੰ ਕਰ ਹੀ ਨਹੀਂ ਸਕਦਾ। ਉਹ ਹੈ ਹੀ ਨਹੀਂ ਤੇਰੇ ਕੋਲ ਖੂਬਸੂਰਤੀ, ਤੂੰ ਕਿੱਥੋਂ ਮੁਕਾਬਲਾ ਕਰ ਲਏਗਾ।
ਤੂੰ ਤਾਂ ਅੱਜ ਸੁਹੱਪਣ ਦੇ ਵਿੱਚ ਫਸਿਆ ਪਿਆ ਹੈ, ਕੱਲ੍ਹ ਨੂੰ ਤੇਰਾ ਸੁਹੱਪਣ ਲੈ ਜਾਣਾ ਹੈ, ਕੱਲ੍ਹ ਨੂੰ ਪਰਸੋਂ ਤੱਕ ਤੇਰਾ ਰੂਪ ਲੈ ਜਾਣਾ ਹੈ। ਪਰ ਜਿਹੜਾ ਰੂਪ ਗੁਰੂ ਦੇ ਸਿੱਖਾਂ ਦਾ ਹੈ, ਕੀ ਇਹ ਵੀ ਕਦੀ ਲੈਂਦਾ? ਭਾਈ ਮਨੀ ਸਿੰਘ 90 ਸਾਲ ਦੀ ਉਮਰ ਹੈ ਭਾਈ ਮਨੀ ਸਿੰਘ ਦੀ, ਕਿੰਨੀ ਵਡੇਰੀ ਉਮਰ ਹੈ, ਪਰ ਜਿੰਨਾ ਸੁਹੱਪਣ ਭਾਈ ਮਨੀ ਸਿੰਘ ਕੋਲ ਹੈ, ਇੰਨਾ ਸੁਹੱਪਣ ਹੈ ਦੁਨੀਆ ਦੇ ਕਿਸੇ ਬੰਦੇ ਕੋਲ। ਜਿੰਨਾ ਸੁਹੱਪਣ ਭਾਈ ਤਾਰੂ ਸਿੰਘ ਕੋਲ ਹੈ, ਜਿਨ੍ਹਾਂ ਦੀ ਗਾਥਾ, ਜਿਨ੍ਹਾਂ ਦੀ ਸ਼ਹੀਦੀ ਦਾ ਜ਼ਿਕਰ ਅਸੀਂ ਅੱਜ ਤੱਕ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਕਰਦੇ ਹਾਂ, ਇੰਨਾ ਸੁਹੱਪਣ ਹੈ ਕਿਸੇ ਦੇ ਕੋਲ? ਇਹ ਖੂਬਸੂਰਤੀ ਅਸਲ 'ਚ ਬੰਦੇ ਕੋਲ ਚਾਹੀਦੀ ਹੈ। ਬੰਦਾ ਗੁਣਾਂ ਦੇ ਨਾਲ ਇਸ ਧਰਤੀ 'ਤੇ ਸੋਹਣਾ ਹੁੰਦਾ ਹੈ। ਰੂਪ ਕਰਕੇ ਤਾਂ ਕੋਈ ਵੀ ਸੋਹਣਾ ਹੋ ਸਕਦਾ ਹੈ, ਬਾਹਰੋਂ ਬੰਦਾ ਰੂਪ ਕਰਕੇ ਸੋਹਣਾ ਦਿਸਣ ਵਾਲਾ ਬੰਦਾ, ਤੁਹਾਨੂੰ ਕੀ ਪਤਾ ਵੀ ਇਹਦੇ ਮਨ ਦੇ ਵਿੱਚ ਕੀ ਹੈ? ਜਦੋਂ ਸਾਡੇ ਸੰਸਾਰ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਆਹਾਂ ਦੇ ਸੌਦੇ ਕੀਤੇ ਜਾਂਦੇ ਨੇ, ਉਦੋਂ ਕੀ ਵੇਖਿਆ ਜਾਂਦਾ? ਬਾਹਰੀ ਤੌਰ 'ਤੇ ਚਾਮ ਹੀ ਵੇਖਿਆ ਜਾਂਦਾ ਹੈ ਨਾ। ਉਦੋਂ ਕਿੱਥੇ ਗੁਣਾਂ ਦੀ ਕਦਰ ਕੀਤੀ ਜਾਂਦੀ ਹੈ? ਗੁਣਾਂ ਦੀ ਕਦਰ ਵਿਆਹ ਤੋਂ ਬਾਅਦ ਵਿੱਚ ਪੈਂਦੀ ਹੈ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਲਿਖਿਆ ਸੀ, ਵਿਆਹੇ ਸਸੁਰਾਲ ਜਾਏ ਗੁਣਨ ਕੇ ਮਾਨੀਏ। ਜਦੋਂ ਇਹ ਜੀਵ ਇਸਤਰੀ ਵਿਆਹ ਕੇ ਸਹੁਰੇ ਘਰ ਵਿੱਚ ਜਾਂਦੀ ਹੈ, ਤਾਂ ਉਹਦੀ ਕਦਰ ਉਹਦੇ ਗੁਣਾਂ ਕਰਕੇ ਪੈਂਦੀ ਹੈ, ਉਹਨੂੰ ਉਹਦੇ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਅਤੇ ਜੇ ਸੱਚੀ ਕਿਤੇ ਅਸੀਂ ਦੁਨੀਆ ਦੇ ਵਿੱਚ ਖੂਬਸੂਰਤ ਹੋਣਾ ਚਾਹੁੰਦੇ ਤਾਂ ਅਸੀਂ ਗੁਣਾਂ ਕਰਕੇ ਹੋਈਏ। ਭਗਤ ਪੂਰਨ ਸਿੰਘ ਅੱਜ ਵੀ ਸਾਨੂੰ ਪਿਆਰੇ ਲੱਗਦੇ ਨੇ ਨਾ। ਕਿੰਨੀ ਵਡੇਰੀ ਉਮਰ ਸੀ ਉਹਨਾਂ ਦੀ। ਉਹਨਾਂ ਨੇ ਗਰੀਬਾਂ ਨੂੰ ਚੁੱਕ ਚੁੱਕ ਕੇ ਆਪਣੇ ਗਲੇ ਦੇ ਨਾਲ ਲਾਇਆ, ਜਿਨ੍ਹਾਂ ਨੂੰ ਕੋਈ ਆਪਣੇ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ ਸੀ। ਕਈਆਂ ਨੇ ਕੁੱਖੋਂ ਜੰਮੇ ਉਹ ਬੱਚੇ ਆਪਣੇ ਘਰਾਂ ਤੋਂ ਬਾਹਰ ਜਾ ਕੇ ਸੁੱਟ ਦਿੱਤੇ, ਪਿਆਰੇ ਵਰਗੇ। ਭਗਤ ਪੂਰਨ ਸਿੰਘ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ। ਕਿੰਨੀ ਖੂਬਸੂਰਤੀ ਹੈ ਉਹਨਾਂ ਦੇ ਕੋਲ। ਇਹ ਹੈ ਇਸ਼ਕ ਹਕੀਕੀ, ਜਿਹੜਾ ਸਦਾ ਰਹਿੰਦਾ, ਜਿਹੜਾ ਕਦੀ ਮਰਦਾ ਨਹੀਂ, ਜਿਸ ਇਸ਼ਕ ਦੇ ਮਰਨ ਦਾ ਕੋਈ ਡਰ ਵੀ ਨਹੀਂ। ਇੱਕ ਇਸ਼ਕ ਉਹ ਹੈ ਜਿਹੜਾ ਚਾਂਦਨੀ ਚੌਂਕ ਦੇ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਨਿਭਾਇਆ ਹੈ, ਜਿਹਦੀ ਗਾਥਾ ਅੱਜ ਤੱਕ ਦੁਨੀਆ ਪਾਉਂਦੀ ਆਉਂਦੀ ਹੈ। ਇੱਕ ਇਸ਼ਕ ਉਹ ਹੈ ਜਿਹੜਾ ਸਾਨੂੰ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਾਇਆ ਗਿਆ। ਉਹਦੇ ਇਸ਼ਕ ਦੇ ਬਦਲੇ ਕੱਚੇ ਘੜਿਆਂ 'ਤੇ ਵੀ ਤੁਰਿਆ ਗਿਆ। ਪਰ ਕਿੱਡੀ ਕਮਾਲ ਦੀ ਗੱਲ ਹੈ, ਉਸ ਇਸ਼ਕ ਦੀਆਂ ਕਹਾਣੀਆਂ ਅਤੇ ਗਾਥਾ ਅੱਜ ਸਾਡੇ ਸੰਸਾਰ ਵਿੱਚ ਅੱਜ ਤੱਕ ਲੋਕ ਪਾਉਂਦੇ ਨੇ। ਪਰ ਜਿਸ ਇਸ਼ਕ ਦੇ ਬਦਲੇ, ਜਿਸ ਇਸ਼ਕ ਦੀ ਖਾਤਰ ਲੋਕ ਆਪਣੇ ਸਰੀਰ ਤੱਕ ਨੂੰ ਵਾਰ ਗਏ, ਉਸ ਇਸ਼ਕ ਦੀ ਗਾਥਾ ਨੂੰ ਬੜਾ ਘੱਟ ਪ੍ਰਚਾਰਿਆ ਜਾਂਦਾ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ। ਮਹਾਰਾਜ ਕਹਿੰਦੇ ਨੇ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਪਾਰਥੀਏ। ਜਿਹੜੇ ਪਰਮਾਤਮਾ ਦੇ ਨਾਮ ਦੇ ਇਸ਼ਕ ਵਿੱਚ ਰੰਗੇ ਗਏ, ਉਹੀ ਅਸਲ ਵਿੱਚ ਮਨੁੱਖ ਨੇ, ਜਿਨ੍ਹਾਂ ਨੇ ਉਹਦੇ ਇਸ਼ਕ ਨੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦਿੱਤਾ, ਭੁਲਾ ਦਿੱਤਾ, ਬਾਹਰ ਕੱਢ ਦਿੱਤਾ। ਸਤਿਗੁਰੂ ਕਹਿੰਦੇ ਉਹ ਤਾਂ ਇਸ ਧਰਤੀ 'ਤੇ ਪਾਰ ਹੀ ਨੇ। ਅੱਜ ਦੀ ਇਸ ਪਾਵਨ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਸੇ ਗੱਲ ਕਰਕੇ ਸਮਝਾਉਂਦੇ ਨੇ। ਕਹਿੰਦੇ ਜਿਵੇਂ ਜੀਵ ਇਸਤਰੀ ਹੈ ਨਾ, ਉਹਦਾ ਪਿਆਰ ਆਪਣੇ ਪਤੀ ਦੇ ਨਾਲ ਹੈ, ਉਹਦਾ ਇਸ਼ਕ ਆਪਣੇ ਪਤੀ ਦੇ ਨਾਲ ਹੈ, ਉਹ 'ਤੇ ਭਰੋਸਾ ਵੀ ਹੈ। ਉਹੀ ਜੀਵ ਇਸਤਰੀ ਇਸ ਸੰਸਾਰ ਵਿੱਚ ਆਪਣੇ ਜੀਵਨ ਨੂੰ ਸੁਖੀ ਵੇਖ ਸਕਦੀ ਹੈ। ਮਹਾਰਾਜ ਕਹਿੰਦੇ ਨੇ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਇਸ ਅੱਸੂ ਦੇ ਮਹੀਨੇ ਵਿੱਚ ਜਦੋਂ ਬਾਹਰੀ ਤੌਰ 'ਤੇ ਬਨਸਪਤੀ ਮਿਲਦੀ ਹੈ, ਤਾਂ ਕਿਵੇਂ ਆਪਣੇ ਪਤੀ ਨੂੰ ਮਿਲਿਆ ਜਾਏ, ਕਿਵੇਂ ਉਹਦੇ ਨਾਲ ਪਿਆਰ ਪੈਦਾ ਕੀਤਾ ਜਾਏ। ਮੇਰੇ ਮਨ ਦੇ ਵਿੱਚ ਬੜੀ ਤਾਂਘ ਹੈ ਉਹਨੂੰ ਮਿਲਣ ਦੀ, ਪਰ ਕਿਵੇਂ ਮਿਲਿਆ ਜਾਏ। ਅੱਗੇ ਫਿਰ ਮਹਾਰਾਜ ਕਹਿੰਦੇ ਨੇ, ਮਨ ਤਨ ਪਿਆਸ ਦਰਸ਼ਨ ਘਣੀ। ਘਣੀ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ। ਕਹਿੰਦੇ ਮੇਰੇ ਮਨ ਅਤੇ ਤਨ ਵਿੱਚ ਉਹਦੇ ਦਰਸ਼ਨਾਂ ਦੀ ਪਿਆਸ ਹੈ, ਅਤੇ ਪਿਆਸ ਥੋੜ੍ਹੀ ਨਹੀਂ, ਪਿਆਸ ਬਹੁਤੀ ਹੈ। ਬਹੁਤੀ ਪਿਆਸ ਮਨ ਵਿੱਚ ਲੱਗੀ ਹੋਈ ਹੈ। ਕਿਹੜੀ ਘੜੀ ਆਵੇ, ਕਿਹੜਾ ਵੇਲਾ ਆਵੇ, ਕਿਹੜਾ ਵਕਤ ਆਵੇ, ਮੈਂ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰ ਸਕਾਂ। ਇਹ ਪਿਆਸ ਹੈ ਮਨ ਦੇ ਵਿੱਚ। ਇੱਕ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬੜੀ ਕਮਾਲ ਦੀ ਉਦਾਹਰਨ ਵਰਤੀ ਹੈ, ਬਬੀਹੇ ਦੀ। ਧਰਤੀ 'ਤੇ ਕਿੰਨਾ ਪਾਣੀ ਹੈ, ਕਿੰਨੇ ਕਿੰਨੇ ਵੱਡੇ ਸਾਗਰ ਨੇ, ਕਿੰਨੇ ਕਿੰਨੇ ਵੱਡੇ ਦਰਿਆ ਨੇ, ਖੂਹਾਂ ਦੇ ਵਿੱਚ ਪਾਣੀ ਹੈ, ਛੱਪੜਾਂ ਦੇ ਵਿੱਚ ਪਾਣੀ ਹੈ, ਕਿੰਨਾ ਪਾਣੀ ਹੈ ਧਰਤੀ ਦੇ ਉੱਤੇ। ਪਰ ਇੰਨਾ ਪਾਣੀ ਹੋਣ ਦੇ ਬਾਵਜੂਦ ਧਰਤੀ 'ਤੇ ਪਪੀਹੇ ਨੂੰ ਇਸ ਪਾਣੀ ਦਾ ਰੰਚਕ ਮਾਤਰ ਵੀ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਇਸ ਪਾਣੀ ਦਾ। ਪਪੀਹੇ ਦਾ ਸਿਰਫ ਇੱਕੋ ਹੀ ਪਿਆਰ ਹੈ, ਇੱਕੋ ਹੀ ਪਪੀਹੇ ਦਾ ਸਨੇਹ ਹੈ, ਉਹ ਹੈ ਆਕਾਸ਼ ਵਿੱਚੋਂ ਆਉਣ ਵਾਲੀ ਸਵੰਤੀ ਬੂੰਦ। ਉਹ ਬੂੰਦ ਕਿਹੜੀ ਹੈ? ਜਿਹੜੀ ਪਹਿਲੀ ਬੂੰਦ ਇਸ ਧਰਤੀ 'ਤੇ ਆਣ ਕੇ ਡਿੱਗਦੀ ਹੈ। ਪਪੀਹੇ ਦਾ ਕੇਵਲ ਉਹਦੇ ਨਾਲ ਪਿਆਰ ਹੈ। ਉਹਨੂੰ ਕੋਈ ਸਰੋਕਾਰ ਨਹੀਂ ਕਿੰਨੇ ਸਮੁੰਦਰ ਭਰੇ ਪਏ ਨੇ, ਕੋਈ ਸਰੋਕਾਰ ਨਹੀਂ ਕਿੰਨੇ ਧਰਤੀ ਦੇ ਦਰਿਆ ਚੱਲਦੇ ਨੇ, ਕੋਈ ਮਤਲਬ ਨਹੀਂ ਕਿੰਨੀਆਂ ਧਰਤੀ 'ਤੇ ਨਹਿਰਾਂ ਚੱਲਦੀਆਂ ਨੇ। ਉਹਦਾ ਇਹਨਾਂ ਚੀਜ਼ਾਂ ਨਾਲ ਕੋਈ ਸਰੋਕਾਰ ਨਹੀਂ।
सिर्फ ਉਹਦਾ ਇੱਕੋ ਹੀ ਪਿਆਰ ਹੈ, ਉਹ ਹੈ ਸਵੰਤੀ ਬੂੰਦ। ਧਰਤੀ 'ਤੇ ਜਿੰਨੇ ਮਰਜ਼ੀ ਗੁਰੂ ਹੋਣ, ਧਰਤੀ 'ਤੇ ਜਿੰਨੇ ਮਰਜ਼ੀ ਦੇਹਧਾਰੀ ਗੁਰੂ ਆਪਣੀਆਂ ਗੱਦੀਆਂ ਲਾ ਕੇ ਬੈਠੇ ਹੋਣ, ਜਿੰਨੇ ਮਰਜ਼ੀ ਸਿੱਖ ਨੂੰ ਵਰਗਲਾਉਣ ਦੇ ਵਾਸਤੇ ਇਸ ਧਰਤੀ 'ਤੇ ਮਨੁੱਖ ਆ ਜਾਣ, ਜਿੰਨੇ ਮਰਜ਼ੀ ਲਾਲਚ ਦਿੱਤੇ ਜਾਣ, ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਸਿੱਖਾ ਤੇਰਾ ਵੀ ਪਿਆਰ ਉਸ ਪਪੀਹੇ ਦੀ ਤਰ੍ਹਾਂ ਹੋਣਾ ਚਾਹੀਦਾ। ਜਿਵੇਂ ਉਹ ਸਵੰਤੀ ਬੂੰਦ ਨੂੰ ਤਰਸਦਾ ਹੈ ਨਾ, ਤਿਵੇਂ ਤੂੰ ਵੀ ਗੁਰੂ ਦੇ ਨਾਮ ਵਾਲੀ ਸਵੰਤੀ ਬੂੰਦ ਨੂੰ ਤਰਸਣਾ ਅਤੇ ਉਹਨੂੰ ਆਪਣੇ ਹਿਰਦੇ ਵਿੱਚ ਉਹਦਾ ਆਧਾਰ ਬਣਾ ਕੇ ਰੱਖਣਾ। ਮਹਾਰਾਜ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਕੋਈ ਹੈ ਇਹੋ ਜਿਹਾ ਇਸ ਧਰਤੀ 'ਤੇ ਜਿਹੜਾ ਮੈਨੂੰ ਮੇਰੇ ਗੁਰੂ ਦੇ ਨਾਲ ਮਿਲਾ ਦੇਵੇ, ਜਿਹੜਾ ਮੈਨੂੰ ਮੇਰੇ ਪਤੀ ਦੇ ਨਾਲ ਮਿਲਾ ਦੇਵੇ। ਅੱਗੇ ਮਹਾਰਾਜ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕਹਿ ਹੋਂ ਤਿਨ ਕਹਿ ਲਾਗਾਂ ਪਾਏ। ਸੰਤ ਦਾ ਮਤਲਬ ਹੁੰਦਾ ਹੈ ਭਲੇ ਗੁਣਾਂ ਵਾਲੇ ਮਨੁੱਖ, ਚੰਗੇ ਗੁਣਾਂ ਵਾਲੇ ਮਨੁੱਖ। ਸੰਤ ਇਕੱਲਾ ਉਹ ਹੀ ਨਹੀਂ ਹੁੰਦਾ ਜਿਹਨੇ ਆਪਣੇ ਨਾਮ ਦੇ ਨਾਲ ਸੰਤ ਲਾਇਆ ਹੋਵੇ। ਸੰਤ ਇਸ ਧਰਤੀ 'ਤੇ ਕੋਈ ਵੀ ਹੋ ਸਕਦਾ ਹੈ। ਇੱਕ ਰਕਸ਼ਾ ਚਲਾਉਣ ਵਾਲਾ ਜੇ ਉਹਦੀ ਕਮਾਈ ਨੇਕ ਹੈ ਤਾਂ ਉਹ ਵੀ ਸੰਤ ਹੈ। ਜੇ ਦਿਹਾੜੀ ਕਰਨ ਵਾਲਾ ਬੰਦਾ ਆਪਣੇ 10 ਨੌਹਾਂ ਦੀ ਕਿਰਤ ਕਮਾਈ ਕਰਦਾ ਹੈ ਤਾਂ ਉਹ ਵੀ ਇਸ ਧਰਤੀ 'ਤੇ ਸੰਤ ਹੈ। ਮਹਾਰਾਜ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕਹਿ। ਜਿਹੜਾ ਸੰਤ ਚੰਗੇ ਗੁਣਾਂ ਵਾਲਾ ਮਨੁੱਖ ਮੈਨੂੰ ਮੇਰੇ ਪਤੀ ਦੇ ਨਾਲ, ਵਾਹਿਗੁਰੂ ਨਾਲ, ਅਕਾਲ ਪੁਰਖ ਦੇ ਨਾਲ ਮਿਲਾ ਲਵੇ, ਮਹਾਰਾਜ ਕਹਿੰਦੇ ਤਿੰਨ ਕਹਿ ਲਾਗਾਂ ਪਾਏ, ਮੈਂ ਉਹਨਾਂ ਦੇ ਪੈਰਾਂ ਨਾਲ ਲੱਗ ਜਾਵਾਂ। ਭਾਵ ਮੈਂ ਉਹਨਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵਾਂ, ਮੈਂ ਉਹਨਾਂ ਦੀ ਸਿੱਖਿਆ ਨੂੰ ਆਪਣੇ ਮਨ ਦੇ ਵਿੱਚ ਵਸਾ ਲਵਾਂ। ਸਤਿਗੁਰੂ ਅੱਗੇ ਕਹਿੰਦੇ ਨੇ ਵੇਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਦੁਨੀਆ ਦੇ ਲੋਕੋ ਇਸ ਗੱਲ ਨੂੰ ਚੇਤਾ ਰੱਖਿਓ, ਪ੍ਰਭੂ ਪਤੀ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਦੁਨੀਆ 'ਤੇ ਸੁੱਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੁੱਖ ਪ੍ਰਾਪਤ ਕਰਨਾ ਹੈ, ਜੇ ਸੁੱਖ ਦੀ ਸੱਚੀ ਮਨ ਦੇ ਵਿੱਚ ਚਾਹਨਾ ਹੈ ਤੇ ਤੁਹਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਵੇਣ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾ ਹੀ ਜਾਏ। ਦੂਜੀ ਕਿਸੇ ਥਾਂ 'ਤੇ ਜਾਣ ਦੀ ਲੋੜ ਹੀ ਨਹੀਂ। ਹੁਣ ਸਾਰੇ ਸੁੱਖਾਂ ਦਾ ਦਾਤਾ, ਸਾਰੇ ਸੁੱਖਾਂ ਦਾ ਮੂਲ ਵਾਹਿਗੁਰੂ ਅਕਾਲ ਪੁਰਖ ਮੈਨੂੰ ਮੇਰੇ ਜੀਵਨ ਦੇ ਵਿੱਚ ਮਿਲ ਗਿਆ ਹੈ। ਮੈਂ ਆਪਣੇ ਜੀਵਨ ਦੇ ਵਿੱਚ ਹੁਣ ਸੰਤੁਸ਼ਟ ਹਾਂ, ਮੈਨੂੰ ਤ੍ਰਿਪਤੀ ਹੈ ਮੇਰੇ ਜੀਵਨ ਵਿੱਚ। ਕਹਿੰਦੇ ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਉਹਦੇ ਨਾਮ ਦਾ ਪ੍ਰੇਮ ਰਸ ਆਪਣੇ ਜੀਵਨ ਦੇ ਵਿੱਚ ਚੱਖ ਲਿਆ, ਜਿਨ੍ਹਾਂ ਨੇ ਉਹਦੇ ਨਾਮ ਦੇ ਪ੍ਰੇਮ ਰਸ ਨੂੰ ਆਪਣੇ ਜੀਵਨ ਦੇ ਵਿੱਚ ਮਾਣ ਲਿਆ, ਸਵਾਦ ਜਿਨ੍ਹਾਂ ਨੂੰ ਲੱਗ ਗਿਆ, ਉਹ ਵੀ ਡੋਲਦੇ ਨੇ ਕਦੇ? ਉਹ ਨਹੀਂ ਡੋਲਦੇ। ਜਿਨ੍ਹਾਂ ਨੇ ਚੱਖ ਲਿਆ, ਅਤੇ ਜਿਨ੍ਹਾਂ ਨੇ ਨਹੀਂ ਚੱਖਿਆ ਉਹ ਅੱਜ ਵੀ ਡੋਲੇ, ਉਹ ਕੱਲ੍ਹ ਵੀ ਡੋਲੇ। ਅੱਜ ਹੋ ਹੀ ਰਿਹਾ ਸੰਸਾਰ ਵਿੱਚ। ਜਿਨ੍ਹਾਂ ਨੇ ਤੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਚੱਖ ਲਿਆ, ਉਹ ਕਹਿੰਦੇ ਵੀ ਭਾਵੇਂ ਬੰਦ ਕੱਟਿਆ ਜਾਵੇ ਅਸੀਂ ਨਹੀਂ ਡੋਲਦੇ, ਭਾਵੇਂ ਸਾਡੇ ਖੋਪਰ ਲੈ ਜਾਣ ਅਸੀਂ ਨਹੀਂ ਡੋਲਦੇ, ਭਾਵੇਂ ਸਾਨੂੰ ਚਰਖੜੀਆਂ 'ਤੇ ਚੜ੍ਹਨਾ ਪਵੇ, ਸਾਡੀ ਜੀਵਨ ਦੇ ਵਿੱਚ ਹੁਣ ਡੋਲਣਾ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਹੁਣ ਭੜਕਣਾ ਨਹੀਂ ਹੈ। ਅਸੀਂ ਆਪਣੇ ਗੁਰੂ ਦੇ ਪ੍ਰੇਮ ਦੇ ਵਿੱਚ ਹੁਣ ਰੱਤੇ ਗਏ ਹਾਂ, ਅਸੀਂ ਆਪਣੇ ਗੁਰੂ ਦੇ ਪ੍ਰੇਮ ਦੇ ਵਿੱਚ ਹੁਣ ਇੱਕਮਿਕ ਹੋ ਗਏ ਹਾਂ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਸਾਡੀ ਅਵਸਥਾ ਇੱਦਾਂ ਦੀ ਹੋ ਗਈ ਜਿਵੇਂ ਪਾਣੀ ਦੇ ਵਿੱਚ ਪਾਣੀ ਹੈ। ਅਤੇ ਜਿਨ੍ਹਾਂ ਨੇ ਅਜੇ ਤੱਕ ਪ੍ਰੇਮ ਰਸ ਚੱਖਿਆ ਹੀ ਨਹੀਂ, ਬੰਦਾ ਸਵੇਰੇ ਖੰਡੇ ਬਾਟੇ ਦੀ ਪਹੁਲ ਲੈਂਦਾ ਹੈ, 2 ਦਿਨ ਨਿਕਲਦੇ ਨੇ, ਉਸ ਤੋਂ ਬਾਅਦ 2 ਦਿਨ ਪਹਿਲਾਂ ਗੁਰੂ ਵਾਲੇ ਜਹਾਜ਼ 'ਤੇ ਚੜ੍ਹਿਆ ਹੁੰਦਾ ਹੈ, 2-3 ਦਿਨਾਂ ਬਾਅਦ ਗੁਰੂ ਵਾਲੇ ਜਹਾਜ਼ ਤੋਂ ਬੰਦਾ ਫੇਰ ਉਤਰ ਜਾਂਦਾ। ਹੁੰਦਾ ਹੀ ਹੈ ਨਾ ਇਸ ਤਰ੍ਹਾਂ। ਅਤੇ ਸਾਡੇ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮਾਂ ਦੇ ਵਿੱਚ ਫਿਰ ਬੜੀਆਂ ਲਿਸਟਾਂ ਬਣਾਈਆਂ ਜਾਂਦੀਆਂ ਨੇ, ਅਸੀਂ ਇੰਨੇ ਲੱਖ ਬੰਦੇ ਨੂੰ ਅੰਮ੍ਰਿਤ ਸੰਚਾਰ ਕਰਵਾ ਦਿੱਤਾ। ਇਹਨਾਂ ਨਹੀਂ ਪਤਾ ਵੀ ਇੰਨੇ ਲੱਖ ਦੇ ਵਿੱਚੋਂ ਬਚੇ ਕਿੰਨੇ ਭਲਾ। ਇੱਕ ਵਾਰੀ ਬੰਦਾ ਪ੍ਰਭਾਵਿਤ ਹੁੰਦਾ ਹੈ, ਖੰਡੇ ਬਾਟੇ ਦੀ ਪੌਲ ਲੈ ਲੈਂਦਾ ਹੈ, ਉਸ ਤੋਂ ਬਾਅਦ ਫਿਰ ਬੰਦਾ ਆਪਣੇ ਪੁਰਾਣੇ ਜੀਵਨ ਦੇ ਵਿੱਚ ਉੱਥੇ ਆ ਜਾਂਦਾ। ਇਹਦਾ ਮਤਲਬ ਕਮੀ ਹੈ ਜੀਵਨ ਦੇ ਵਿੱਚ, ਘਾਟ ਹੈ ਜੀਵਨ ਦੇ ਵਿੱਚ। ਨਹੀਂ ਤਾਂ ਜਿਹੜਾ ਬੰਦਾ ਇੱਕ ਵਾਰ ਉਹਦੇ ਪ੍ਰੇਮ ਦੇ ਵਿੱਚ ਰਤਿਆ ਗਿਆ, ਉਹ ਡੋਲਦਾ ਥੋੜ੍ਹੀ ਹੈ। ਉਹਦੇ ਜੀਵਨ ਦੇ ਵਿੱਚ ਫਿਰ ਭੜਕਣਾ ਥੋੜ੍ਹੀ ਆਏਗੀ, ਉਹ ਜੀਵਨ ਦੇ ਵਿੱਚ ਫਿਰ ਡੋਲੇਗਾ। ਡੋਲਦਾ ਬੰਦਾ ਉਦੋਂ ਹੀ ਹੈ ਜਦੋਂ ਖਾਲੀ ਹੋਵੇ। ਭਾਂਡਾ ਖੜਕਦਾ ਉਹੋ ਹੀ ਹੈ ਜਿਹੜਾ ਅੰਦਰੋਂ ਖਾਲੀ ਹੋਵੇ। ਜਿਹੜਾ ਅੰਦਰੋਂ ਭਾਂਡਾ ਭਰਿਆ ਹੋਵੇ ਉਹ ਖੜਕਦਾ ਥੋੜ੍ਹੀ ਹੈ। ਤਾਈਓ ਮਹਾਰਾਜ ਨੇ ਆਖਿਆ ਨਾ ਭਰਿਆ ਹੋਏ ਸੋ ਕਾਬੂ ਨਾ ਡੋਲੇ। ਜਿਹੜੀ ਚੀਜ਼, ਜਿਹੜਾ ਬਰਤਨ ਅੰਦਰੋਂ ਭਰ ਜਾਵੇ ਕਿਸੇ ਚੀਜ਼ ਦੇ ਨਾਲ, ਉਹ ਨਹੀਂ ਡੋਲਦਾ, ਨਾ ਹੀ ਉਹ ਖੜਕਦਾ। ਖੜਕਦੇ ਵੀ ਉਹ ਨੇ ਜਿਹੜੇ ਖਾਲੀ ਨੇ, ਡੋਲਦੇ ਵੀ ਉਹ ਨੇ ਜਿਨ੍ਹਾਂ ਦੇ ਅੰਦਰ ਹੈ ਹੀ ਕੁਝ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਉਹਦੇ ਪ੍ਰੇਮ ਦਾ ਰਸ ਆਪਣੇ ਜੀਵਨ ਦੇ ਵਿੱਚ ਚੱਖ ਲਿਆ, ਫਿਰ ਉਹਨਾਂ ਦੀ ਅਵਸਥਾ ਪਤਾ ਕਿਹੋ ਜਿਹੀ ਹੋ ਜਾਂਦੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ, ਕਹਿੰਦੇ ਉਹਨਾਂ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ, ਇੱਕ ਘੜੀ ਨਾ ਮਿਲਦਾ ਤਾਂ ਕਲਯੁਗ ਹੋਤਾ।
ਉਹ ਤਾਂ ਫਿਰ ਇਸ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਜਦੋਂ ਇੱਕ ਘੜੀ ਵੀ ਜੀਵਨ ਵਿੱਚ ਉਹਨਾਂ ਨੂੰ ਆਪਣੇ ਪਰਮਾਤਮਾ ਦੇ ਦਰਸ਼ਨ ਅਤੇ ਦੀਦਾਰੇ ਪ੍ਰਾਪਤ ਨਹੀਂ ਹੁੰਦੇ, ਕਹਿੰਦੇ ਫਿਰ ਉਦੋਂ ਜੀਵਨ ਦੇ ਵਿੱਚ ਭਟਕਣ ਰਹਿੰਦੀ ਹੈ। ਮੈਂ ਇੱਕ ਭਾਈ ਨੰਦ ਲਾਲ ਜੀ ਦੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ। ਵੇਖਿਓ ਗੁਰੂ ਦਾ ਪ੍ਰੇਮ ਫਿਰ ਕਿੱਦਾਂ ਦਾ ਹੁੰਦਾ। ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ, ਵੈਸੇ ਹੈ ਤਾਂ ਉਹ ਫਾਰਸੀ ਵਿੱਚ ਹੈ, ਉਹਦਾ ਲੱਥਾ ਪੰਜਾਬੀ ਦੇ ਵਿੱਚ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ। ਕਹਿੰਦੇ ਵੀ ਭਾਈ ਨੰਦ ਲਾਲ ਕਹਿੰਦੇ ਵੀ ਜੇ ਮੈਨੂੰ ਪਰਮਾਤਮਾ ਆਣ ਕੇ ਪੁੱਛੇ ਵੀ ਤੇਰੀ ਜੀਵਨ ਦੇ ਵਿੱਚ ਕੀ ਚਾਹਨਾ ਹੈ, ਤੂੰ ਜੀਵਨ ਦੇ ਵਿੱਚ ਕੀ ਚਾਹੁੰਦਾ, ਤੇਰੀ ਮਨਸ਼ਾ ਕੀ ਹੈ। ਭਾਈ ਨੰਦ ਲਾਲ ਜੀ ਕਹਿੰਦੇ ਵੀ ਜੇ ਰੱਬ ਮੈਨੂੰ ਆਣ ਕੇ ਪੁੱਛੇ ਵੀ ਤੇਰੇ ਜੀਵਨ ਦੇ ਵਿੱਚ ਤੇਰੀ ਕੀ ਚਾਹਨਾ, ਮੇਰਾ ਗੁਰੂ ਮੈਨੂੰ ਪੁੱਛੇ ਤੇ ਤੂੰ ਜੀਵਨ ਦੇ ਵਿੱਚ ਚਾਹੁੰਦਾ ਕੀ, ਤੇ ਮੇਰੀ ਇੱਕੋ ਹੀ ਅਰਦਾਸ ਹੈ। ਕਹਿੰਦੇ ਪਤਾ ਕਿਹੜੀ? ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰਦਾ, ਮਹਾਰਾਜ ਜਦੋਂ ਮੈਂ ਇਸ ਸੰਸਾਰ ਤੋਂ ਤੁਰ ਜਾਵਾਂ ਨਾ, ਜਦੋਂ ਭੌਰ ਇਸ ਸੰਸਾਰ ਤੋਂ ਮੇਰੇ ਉਡਾਰੀ ਮਾਰ ਜਾਣ, ਇੱਕ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਓ, ਮੇਰੇ ਪਿੰਡੇ ਦੀ ਰਾਖ ਵੀ ਕਿਤੇ ਜਾ ਕੇ ਕਿਸੇ ਪਖੰਡੀ ਦੇ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਨਾ ਪੈ ਜਾਵੇ। ਨਹੀਂ ਤਾਂ ਲੋਕਾਂ ਨੇ ਕਹਿਣਾ ਸਾਰੀ ਉਮਰ ਆਪਣੇ ਗੁਰੂ ਦਾ ਗੁਲਾਮ ਰਿਹਾ, ਸਾਰੀ ਉਮਰ ਆਪਣੇ ਗੁਰੂ ਦੇ ਕਹਿਣੇ ਵਿੱਚ ਰਿਹਾ, ਜਦੋਂ ਮਰ ਗਿਆ ਤੇ ਇਹਦੀ ਰਾਖ ਹੁਣ ਦਰ ਦਰ 'ਤੇ ਭੜਕਦੀ ਫਿਰਦੀ ਹੈ। ਸਿੱਖ ਦੀ ਵੀ ਇਹੋ ਚਾਹਨਾ ਚਾਹੀਦੀ ਹੈ। ਬਾਬਾ ਕਬੀਰ ਸਾਹਿਬ ਨੇ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜਿਉਂ ਸਰੀਰੋਂ ਲੈ। ਮੈਨੂੰ ਕਿਸੇ ਦੂਜੇ ਦੇ ਦਰ ਦੀ ਗੁਲਾਮੀ ਕਰਨਾ ਨਹੀਂ ਮਨਜ਼ੂਰ। ਜੇ ਕਿਸੇ ਦੂਜੇ ਦੇ ਦਰ 'ਤੇ ਮੈਂ ਜਾ ਕੇ ਗੁਲਾਮ ਹੁੰਨਾ ਤੇ ਇਹਦੋਂ ਪਹਿਲਾਂ ਮੇਰੇ ਸਰੀਰ ਦੇ ਵਿੱਚੋਂ ਮੇਰੀ ਜਿੰਦ ਕੱਢ ਲੈ। ਇਹ ਹੈ ਗੁਰੂ ਦੇ ਨਾਲ ਪਿਆਰ, ਇਹ ਹੈ ਗੁਰੂ ਦੇ ਨਾਲ ਇਸ਼ਕ, ਇਹ ਹੈ ਗੁਰੂ ਦੇ ਨਾਲ ਮੁਹੱਬਤ, ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ, ਆਪ ਤਿਆਗ ਆਪਣਾ ਆਪਾ ਤਿਆਗਣਾ ਹੈ, ਆਪ ਤਿਆਗ ਬਿਨਤੀ ਕਰੈ ਤੇ ਬੇਨਤੀ ਕਰਨੀ ਹੈ ਕਿਹੜੀ, ਲੈ ਪ੍ਰਭੂ ਲੜ ਲਾਏ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਮੈਨੂੰ ਆਪਣੇ ਜੀਵਨ ਦੇ ਵਿੱਚ ਤੁਸੀਂ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ। ਮੈਂ ਤੁਹਾਡੇ ਚਰਨਾਂ ਵਿੱਚ ਨਿਵਾਸ ਬਖਸ਼ ਕੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦਾ ਹਾਂ। ਕਹਿੰਦੇ ਜੋ ਹਰ ਕੰਤ ਮਿਲਾਈਆਂ, ਫਿਰ ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੇ ਨਾਲ ਸਤਿਗੁਰੂ ਨਾਲ ਮਿਲਾ ਦਿੰਦਾ ਹੈ, ਕਹਿੰਦੇ ਸੇ ਵਿਛੁੜ ਕਤੇ ਨਾ ਜਾਏ, ਉਹ ਫਿਰ ਵਿਛੜਦੇ ਨਹੀਂ। ਜਿਵੇਂ ਪਾਣੀ ਵਿੱਚ ਮਿਲ ਕੇ ਪਾਣੀ ਇੱਕ ਮਿਕ ਹੋ ਜਾਂਦਾ, ਉਹਨਾਂ ਬੰਦਿਆਂ ਦੇ ਜੀਵਨ ਦੀ ਅਵਸਥਾ ਵੀ ਫਿਰ ਇੱਦਾਂ ਦੀ ਹੋ ਜਾਂਦੀ ਹੈ। ਕਹਿੰਦੇ ਪ੍ਰਭ ਬਿਨ ਦੂਜਾ ਕੋ ਨਹੀਂ, ਪ੍ਰਭੂ ਤੋਂ ਬਿਨਾਂ ਹੁਣ ਦੂਜਾ ਕੋਈ ਮੇਰੇ ਜੀਵਨ ਵਿੱਚ ਆਸਰਾ ਨਹੀਂ। ਨਾਨਕ ਹਰ ਸ਼ਰਣਾਏ, ਹੁਣ ਮੈਂ ਹਰੀ ਦੀ ਸ਼ਰਨ ਵਿੱਚ ਆ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹਾਂ। ਮਹਾਰਾਜ ਕਹਿੰਦੇ ਅੱਸੂ ਸੁਖੀ ਵਸੰਦੀਆਂ, ਅੱਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀਆਂ ਸੁਖੀ ਰਹਿੰਦੀਆਂ ਨੇ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ 'ਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ। ਮਾਇਆ ਦਾ ਅਰਥ ਹੁੰਦਾ ਹੈ ਕਿਰਪਾ। ਕਹਿੰਦੇ ਅੱਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀਆਂ ਸੁਖੀ ਰਹਿੰਦੀਆਂ ਨੇ ਜਿਨ੍ਹਾਂ ਦਾ ਆਪਣੇ ਪਤੀ ਨਾਲ ਪਿਆਰ ਹੈ, ਆਪਣੇ ਵਾਹਿਗੁਰੂ ਅਕਾਲ ਪੁਰਖ ਨਾਲ ਪਿਆਰ ਕਰਕੇ ਜੀਵ ਇਸਤਰੀਆਂ 'ਤੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰਦਾ ਹੈ। ਫਿਰ ਉਹ ਜੀਵ ਇਸਤਰੀਆਂ ਆਪਣੇ ਜੀਵਨ ਨੂੰ ਸੁਖੀ ਮਹਿਸੂਸ ਕਰਦੀਆਂ ਨੇ। ਸੋ ਸਮੁੱਚੀ ਪੌੜੀ ਦਾ ਇਹੋ ਭਾਵ ਹੈ, ਅਸੀਂ ਵੀ ਗੁਰੂ ਦੇ ਨਾਲ ਜੁੜ ਕੇ ਉਹਦੀ ਬਖਸ਼ਿਸ਼ ਦੇ, ਉਹਦੀ ਰਹਿਮਤ ਦੇ ਪਾਤਰ ਬਣਨਾ ਹੈ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਸਹੀ ਪਾਸੇ ਵੱਲ ਲੈ ਕੇ ਜਾ ਸਕੀਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਜੇ ਕੋ ਬੋਲ ਚੰਗਾ ਲੱਗਾ ਹੋਵੇ, ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਭੁੱਲਾਂ ਚੁੱਕਾਂ ਮੇਰੀਆਂ ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।